ਵੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਓ ਹਿਰਦੈ ਤੇ ਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜੁਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸਿਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਂ ਵਾਰ ਵਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਉਰ ਮੈਂ ਧਰੈ ਕਾਮ ਨਾ ਪਾਵੈ। ਆਏ ਜਾਤ ਮਗ ਸੁਜਸ ਅਲਾਵੈ। ਸ਼੍ਰੀ ਗੁਰੂ ਤੇਗ ਬਹਾਦਰ ਪੂਰਾ। ਦੇਨ ਸਰਾਪ ਬਰ ਕੋ ਬਚ ਸੂਰਾ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਉਪਸਥਿਤ ਹੋਏ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ। ਆਓ ਮਹਾਰਾਜ ਜੀ ਕੀ ਬਖਸ਼ਿਸ਼ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਜੋ ਲੜੀਵਾਰ ਕਥਾ ਵਿਚਾਰ ਆਪ ਸੰਗਤ ਬੜੇ ਭਾਵਨਾ ਅਦਬ ਪਿਆਰ ਸਹਿਤ ਨਿਤਾ ਪ੍ਰਤ ਮਹਾਰਾਜ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਜੋੜਨ ਦਾ ਯਤਨ ਕਰਦੇ ਹਾਂ। ਗੁਰੂ ਸਾਖੀਆਂ ਗੁਰੂ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਜੀ ਤੋਂ ਆਗਿਆ ਲਈਏ। ਰਸਨਾ ਪਵਿੱਤਰ ਕਰੀਏ ਗੁਰੂ ਫਤਿਹ ਨਾਲ ਸਾਂਝ ਪਾਇਓ ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਜੋ ਇਤਿਹਾਸ ਆਪ ਸੰਗਤ ਸਰਵਣ ਕਰ ਰਹੇ ਸੀ। ਨੌਵੇਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਇੱਕ ਲਾਲ ਦੀ ਆਮਦ ਹੋਈ ਹੈ, ਪ੍ਰਕਾਸ਼ ਹੋਇਆ ਹੈ। ਤੇ ਜਿਸ ਲਾਲ ਦਾ ਪ੍ਰਕਾਸ਼ ਹੋਇਆ ਹੈ, ਜਿਸ ਲਾਲ ਦਾ ਜਨਮ ਹੋਇਆ ਹੈ, ਉਹਨਾਂ ਨੂੰ ਅਸੀਂ ਸਤਿਕਾਰ ਦੇ ਨਾਲ
ਬਚਪਨ ਵਿੱਚ ਗੋਬਿੰਦ ਰਾਏ ਤੇ ਫਿਰ ਵੱਡੇ ਹੋ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਨਾਮ ਤੋਂ ਜਾਣਦੇ ਹਾਂ। ਦਸਵੇਂ ਪਾਤਸ਼ਾਹ, ਇਉਂ ਕਹਿ ਲਈਏ ਵੀ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਹੈ। ਪਟਨੇ ਦੀ ਪਾਵਨ ਧਰਤੀ ਹੈ, ਸਤਿਗੁਰੂ ਇਸ ਸਥਾਨ ਤੋਂ ਅੱਗੇ ਜਾ ਰਹੇ ਨੇ। ਸੋ ਜਿਵੇਂ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਦਾ ਅਵਤਾਰ ਹੁੰਦਾ ਹੈ ਤੇ ਜਿੰਨੀ ਕੁ ਖੁਸ਼ੀ ਪਟਨੇ ਵਾਸੀਆਂ ਨੂੰ ਹੋਈ ਹੈ, ਜਿਸ ਢੰਗ ਦੇ ਨਾਲ ਉਹਨਾਂ ਨੇ ਸਤਿਗੁਰੂ ਜੀ ਦੇ ਘਰ ਅੰਦਰ ਹਾਜ਼ਰ ਹੋ ਕਰਕੇ ਵਧਾਈਆਂ ਦਿੱਤੀਆਂ ਹਨ ਤੇ ਬੇਅੰਤ ਬਖਸ਼ਿਸ਼ਾਂ ਲਈਆਂ ਹਨ। ਮਾਤਾ ਨਾਨਕੀ ਜੀ ਨੇ ਬੇਅੰਤ ਇਨਾਮ ਜਿਹੜੇ ਹਨ ਉਹ ਆਈ ਹੋਈ ਸੰਗਤ ਨੂੰ ਵੰਡੇ ਹਨ। ਹੋਰ ਜਿਤਨੇ ਵੀ ਨੱਚਣ ਗਾਉਣ ਵਾਲੇ ਆਦਿਕ ਜੋ ਵੀ ਮਹਾਰਾਜ ਜੀ ਕੇ ਘਰ ਆਇਆ, ਸਭ ਨੂੰ ਕੁਝ ਨਾ ਕੁਝ ਦੇ ਕੇ ਤੋਰਿਆ ਗਿਆ। ਇਸ ਵੇਲੇ ਹੁਣ ਪਟਨੇ ਤੋਂ ਬਾਹਰ ਹੋਰ ਦੂਰ ਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚ ਰਹੀ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਅੰਦਰ ਇੱਕ ਲਾਲ ਉਹਨਾਂ ਦਾ ਸਾਹਿਬਜ਼ਾਦਾ ਜਿਹੜਾ ਹੈ ਉਹ ਪੈਦਾ ਹੋਇਆ। ਸੋ ਬੇਅੰਤ ਭਾਵਨਾਵਾਂ ਤੇ ਭੇਟਾਵਾਂ ਲੈ ਕਰਕੇ ਸੰਗਤਾਂ ਦਰਸ਼ਨ ਪਾਉਣ ਦੇ ਲਈ ਮਹਾਰਾਜ ਜੀ ਕੇ ਇਸ ਪਵਿੱਤਰ ਸਥਾਨ ਪਟਨਾ ਸਾਹਿਬ ਦੇ ਅੰਦਰ ਸੰਗਤਾਂ ਆ ਰਹੀਆਂ ਸਨ। ਭਾਈ ਸਾਹਿਬ ਜੀ ਅੱਗੇ ਜ਼ਿਕਰ ਕਰਦੇ ਹਨ, ਉਰਮੈ ਧਰੈ ਕਾਮਨਾ ਪਾਵੈ, ਆਏ ਜਾਏ ਗੁਰ ਸਜਸ ਅਲਾਵੈ। ਬੜੇ ਹੀ ਭਾਵਨਾ ਦੇ ਨਾਲ ਹਿਰਦੇ ਦੇ ਅੰਦਰ ਪ੍ਰੇਮ ਲੈ ਕਰਕੇ ਬੇਅੰਤ ਸੰਗਤਾਂ ਮਹਾਰਾਜ ਜੀ ਕੇ ਘਰ ਅੰਦਰ ਪਹੁੰਚਦੀਆਂ ਹਨ ਤੇ ਬੜਾ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਪਿਆਰ ਸੰਗਤ ਦੇ ਹਿਰਦੇ ਦੇ ਅੰਦਰ ਹੈ, ਜਿਵੇਂ ਇੱਕ ਵਿਸ਼ੇਸ਼ ਤਰ੍ਹਾਂ ਦੀ ਭਾਵਨਾ ਪਹਿਲਾਂ ਵੀ ਸੰਗਤ ਵਿੱਚ ਸੀ, ਪਰੰਤੂ ਹੁਣ ਇਹ ਭਾਵਨਾ ਹੋਰ ਵੱਧ ਗਈ ਹੈ ਕਿਉਂਕਿ ਪਟਨੇ ਦੀ ਧਰਤੀ ਨੂੰ ਭਾਗ ਲੱਗੇ ਹਨ। ਸ੍ਰੀ ਗੁਰੂ ਤੇਗ ਬਹਾਦਰ ਪੂਰਾ ਸੰਗਤ ਦੇ ਹਿਰਦੇ ਵਿੱਚ ਇਹ ਭਾਵਨਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪੂਰੇ ਸਤਿਗੁਰੂ ਹਨ। ਦੇਨ ਸ਼ਰਾਪ ਬਰ ਕੋ ਬਚ ਪੂਰਾ ਜਗ, ਜੋ ਵੀ ਮਹਾਰਾਜ ਆਪਣੇ ਪਵਿੱਤਰ ਮੁਖ ਤੋਂ ਕਹਿ ਦਿੰਦੇ ਹਨ ਜਾਂ ਬਚਨ ਹੋ ਜਾਂਦਾ ਹੈ, ਉਹ ਬਚਨ ਜੁਗੋ ਜੁਗ ਅਟਲ ਹੈ, ਭਾਵ ਉਹ ਸਦੀਵ ਪੂਰਾ ਹੁੰਦਾ ਹੈ ਜੀ। ਬਹੁ ਸਿੱਖਿਅਨ ਪਰ ਕੀਨਸ ਦਇਆ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਬੇਅੰਤ ਸਿੱਖਾਂ ਦੇ ਉੱਪਰ ਆਪਣੀ ਦਇਆ, ਮਿਹਰ, ਰਹਿਮਤ, ਕਿਰਪਾ ਦ੍ਰਿਸ਼ਟੀ ਕੀਤੀ ਹੈ। ਮਨ ਬਾਂਛਤ ਸਭ ਕੋ ਬਰ ਦਇਆ, ਮਨ ਇੱਛਿਤ ਜੋ ਵੀ ਕੋਈ ਮਹਾਰਾਜ ਕੇ ਘਰੋਂ ਮੰਗਣ ਆਇਆ, ਜੋ ਵੀ ਕਿਸੇ ਦੀ ਇੱਛਾ ਸੀ, ਜੋ ਵੀ ਕਿਸੇ ਨੇ ਜਾਚਨਾ ਕੀਤੀ, ਉਹ ਸਭ ਕਿਸੇ ਨੂੰ ਉਹ ਵਸਤੂ, ਉਹ ਵਰ ਪ੍ਰਾਪਤ ਹੋਇਆ ਹੈ। ਤਿਨ ਕਰ ਜਨਮਿਓ ਸਾਹਿਬ ਜਾਦਾ, ਤੇ ਸੰਗਤ ਹੁਣ ਆਪਸ ਵਿੱਚ ਵਾਰਤਾਲਾਪ ਕਰਦੀ ਹੈ ਵੀ ਹੁਣ ਨੌਵੇਂ ਸਤਿਗੁਰਾਂ ਦੇ ਘਰ ਅੰਦਰ ਇੱਕ ਸਾਹਿਬਜ਼ਾਦੇ ਦੀ ਆਮਦ ਹੋਈ ਹੈ, ਹੁਣ ਪੁੱਤਰ ਪੈਦਾ ਹੋਇਆ ਹੈ ਜੀ। ਰਚਕ ਸਿੱਖਿਆਨ ਦੇ ਅਹਿਲਾਦਾ, ਜਿਹੜੇ ਕਿ ਆਪਣਿਆਂ ਸਿੱਖਾਂ ਦੇ, ਆਪਣਿਆਂ ਸੇਵਕਾਂ ਦੇ ਸਦਾ ਹੀ ਰੱਖਿਅਕ ਹਨ, ਉਹਨਾਂ ਦੀ ਸਹਾਇਤਾ ਕਰਦੇ ਹਨ। ਜਦੋਂ ਵੀ ਕੋਈ ਯਾਦ ਕਰਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹ ਸਿੱਖ ਦੀ ਰੱਖਿਆ ਕਰਦੇ ਹਨ। ਸਰਬ ਰੀਤ ਸਮਰਥ ਗੁਰਦੇਵ, ਮਹਾਰਾਜ ਹਰ ਤਰ੍ਹਾਂ ਤੋਂ ਰੱਖਿਆ ਕਰਨ ਦੇ ਵਿੱਚ ਸਮਰੱਥ ਹਨ, ਆਪਣੇ ਸੇਵਕ ਦੀ ਪੈਜ ਰੱਖਣ ਵਿੱਚ ਹਰ ਤਰ੍ਹਾਂ ਤੋਂ ਸਮਰੱਥ ਹਨ। ਤੇ ਇਹਦਾ ਤੇ ਆਪਾਂ ਉਦਾਹਰਨ ਹੀ ਨਹੀਂ ਦੇ ਸਕਦੇ ਕੋਈ, ਕਿਉਂਕਿ ਪਿੱਛੇ ਜਿਤਨਾ ਵੀ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜੀਵਨ ਇਤਿਹਾਸ ਵਿੱਚ ਪੜ੍ਹਿਆ ਕਿ ਮੱਖਣ ਸ਼ਾਹ ਲੁਬਾਣੇ ਵਰਗੇ ਸਮੁੰਦਰ ਵਿੱਚ ਖੜੇ ਹੋ ਕੇ ਅਰਦਾਸ ਕਰਦੇ ਨੇ ਤੇ ਉੱਥੇ ਵੀ ਸਹਾਇਤਾ ਹੋ ਗਈ। ਹੋਰ ਜੇ ਕੋਈ ਸਿੱਖ ਕਿਤੇ ਦੂਰ ਦੁਰੇਡੇ ਬੈਠਾ ਅਰਦਾਸ ਕਰਦਾ, ਉੱਥੇ ਵੀ ਸਹਾਇਤਾ ਹੋ ਗਈ। ਇਸ ਵੇਦ ਆਪਣਿਆਂ ਸਿੱਖਾਂ ਦੀ ਭਾਵਨਾ ਮਹਾਰਾਜ ਪੂਰੀ ਕਰਦੇ ਹਨ ਤੇ ਲੋਕ ਪਰਲੋਕ ਵਿੱਚ ਰੱਖਿਆ ਕਰਦੇ ਹਨ। ਜਿਨ ਕੀ ਚੈਤ ਦੇਵਤਾ ਸੇਵ, ਐਸੇ ਗੁਰੂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਸੇਵਾ ਕਰਨ ਦੇ ਲਈ ਦੇਵਤੇ ਲੋੜਦੇ ਹਨ। ਦੇਵਤੇ ਤੋਂ ਭਾਵ ਹੈ ਇਹ ਜਿਹੜਾ ਦੇਵਤਾ ਸ਼ਬਦ ਹੈ ਇਹਨੂੰ ਆਪਾਂ ਇਉਂ ਦੇਖਾਂਗੇ ਵੀ ਜਿਹੜੇ ਸਦਬੁੱਧੀ ਵਾਲੇ, ਸ੍ਰੇਸ਼ਟ ਬੁੱਧੀ ਵਾਲੇ ਮਹਾਨ ਮਨੁੱਖ ਹਨ ਇਸ ਸੰਸਾਰ ਵਿੱਚ, ਉਹ ਦੇਵਤਿਆਂ ਸਮਾਨ ਹੀ ਹੁੰਦੇ ਨੇ ਗੁਰਮੁਖੋ। ਹੋਰ ਸਾਨੂੰ ਕੋਈ ਇਹ ਨਹੀਂ ਵੀ ਉਹ ਦੁਆਪਰ ਵਾਲੇ ਦੇਵਤੇ ਕਿਤੇ ਬੈਠੇ ਮਿਲਣਗੇ। ਜਿਹੜੇ ਸੰਸਾਰ ਦੇ ਵਿੱਚ ਸ੍ਰੇਸ਼ਟ ਬੁੱਧੀ ਵਾਲੇ, ਮਹਾਨ ਮੱਤ ਵਾਲੇ ਸਿਆਣੇ ਪੁਰਖ ਹਨ, ਉਹ ਸਭ ਦੇਵਤਿਆਂ ਸਮਾਨ ਹਨ। ਤੇ ਜਿੰਨੇ ਵੀ ਸੰਸਾਰ ਵਿੱਚ ਮਹਾਨ ਸ੍ਰੇਸ਼ਟ ਮੱਤ ਵਾਲੇ ਮਨੁੱਖ ਹਨ, ਉਹ ਸਾਰੇ ਹੀ ਲੋੜਦੇ ਹਨ ਕਿ ਕਿਤੇ ਐਸੇ ਗੁਰੂ ਦੀ ਸੇਵਾ ਸਾਨੂੰ ਮਿਲੇ
ਅਸੀਂ ਮਹਾਰਾਜ ਜੀ ਕੀ ਸੇਵਾ ਕਰਕੇ ਆਪਣੇ ਇਸ ਜਨਮ ਨੂੰ ਸਫਲ ਕਰ ਲਈਏ ਜੀ। ਦੋਨੋਂ ਲੋਕਨ ਵਿਖੇ ਸਹਾਏ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪੂਰੇ ਗੁਰੂ ਹਨ, ਜਿਹੜੇ ਦੋਹਾਂ ਲੋਕਾਂ ਦੇ ਵਿੱਚ ਆਪਣੇ ਸੇਵਕ ਦੀ ਪੈਜ ਰੱਖਦੇ ਹਨ, ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ। ਲੋਕ ਵਿੱਚ ਜੇ ਲੋੜ ਪਈ ਤੇ ਸੰਸਾਰਕ ਕਾਰਜ ਪੂਰਾ ਕਰ ਦਿੰਦੇ ਹਨ, ਤੇ ਜੇ ਪ੍ਰਲੋਕ ਵਿੱਚ ਜੀਵ ਛੁੱਟਦਾ ਹੈ, ਪ੍ਰਾਣ ਛੁੱਟਦੇ ਹਨ, ਜੀਵ ਆਤਮਾ ਜਿਹੜੀ ਜਾਂਦੀ ਹੈ ਉਹਦੇ ਵੀ ਰੱਖਿਅਕ ਬਣਦੇ ਹਨ। ਸ਼ਾਂਤ ਹਿਰਦਾ ਗੁਣ ਗਨ ਸਮੁਧਾਏ। ਤੇ ਮਹਾਰਾਜ ਜੀ ਕੇ ਆਪਣੇ ਅੰਦਰ ਬੇਅੰਤ ਬਖਸ਼ਿਸ਼ ਹੈ। ਸ਼ਾਂਤ ਹਿਰਦਾ ਤੋਂ ਭਾਵ ਬਹੁਤ ਧੀਰਜ ਵਾਲੇ ਪੁਰਖ ਹਨ, ਜਿੱਥੇ ਵੀ ਬੈਠਦੇ ਹਨ ਸ਼ਾਂਤ ਚਿੱਤ ਆਨੰਦ ਵਿੱਚ ਬਾਣੀ ਦਾ ਰਸ, ਨਾਮ ਦਾ ਰਸ, ਅਗੰਮੀ ਰਸ ਵਿੱਚ ਆਪ ਟਿਕਦੇ ਹਨ। ਤੇ ਜਦੋਂ ਕੋਈ ਗੁਰਮੁਖ ਪਿਆਰਾ ਸੰਗਤ ਵਿੱਚ ਆਉਂਦਾ ਹੈ, ਉਸ ਨੂੰ ਵੀ ਇਹ ਗੁਣ ਮਿਲ ਜਾਂਦਾ ਹੈ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਜੀਵਨ ਦਾ ਇੱਕ ਮਹਾਨ ਗੁਣ ਹੈ ਜੀ। ਕਿਰਪਾ ਠਾਨ ਆਏ ਇਤ ਦੇਸ। ਤੇ ਪਟਨੇ ਵਾਸੀ ਜਿਤਨੀ ਵੀ ਸੰਗਤ ਹੈ ਉਹ ਆਪਸ ਵਿੱਚ ਵਿਚਾਰਾ ਕਰ ਰਹੀ ਹੈ ਕਿ ਮਹਾਰਾਜ ਨੇ ਕਿਰਪਾ ਕੀਤੀ ਹੈ, ਪੰਜਾਬ ਦੇਸ਼ ਤੋਂ ਚੱਲ ਕਰਕੇ ਇਧਰ ਪੂਰਬ ਦੇਸ਼ ਭਾਵ ਸਾਡੇ ਇਹਨਾਂ ਦੇਸ਼ਾਂ ਵੱਲ ਕਿਰਪਾ ਕਰਕੇ ਆਏ ਹਨ। ਘਰ ਪੰਜਾਬ ਸੋ ਦੂਰ ਵਿਸ਼ੇਸ਼। ਜੇਕਰ ਗੱਲ ਕੀਤੀ ਜਾਏ ਮਹਾਰਾਜ ਜੀ ਕੇ ਨਿੱਜੀ ਘਰ ਦੀ, ਤੇ ਉਹ ਤੇ ਇਸ ਵਕਤ ਪੰਜਾਬ ਵਿੱਚ ਹੈ। ਆਪ ਮਹਾਰਾਜ ਪਟਨਾ ਤੇ ਹੁਣ ਗੁਰੂਦੇਵ ਆਪ ਤੇ ਪਟਨੇ ਤੋਂ ਵੀ ਅੱਗੇ ਪਹੁੰਚੇ ਹਨ, ਢਾਕੇ ਤੱਕ। ਸੋ ਆਪਣੇ ਘਰ ਨੂੰ ਤਿਆਗ ਕਰਕੇ ਤੇ ਇਧਰ ਸਾਡੇ ਦੇਸ਼ ਵਿੱਚ, ਇਧਰ ਪੂਰਬ ਦੇਸ਼ ਵਿੱਚ ਮਹਾਰਾਜ ਆਏ ਹੋਏ ਹਨ। ਤੇ ਅਸੀਂ ਪਿੱਛੇ ਬਿਰਤਾਂਤ ਵਿੱਚ ਇਹ ਵੀ ਪੜ੍ਹਿਆ ਸੀ ਵੀ ਮਹਾਰਾਜ ਇੱਥੋਂ ਚੱਲਣ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਸਾ ਕਰਕੇ, ਵਾਖੋਵਾਲ ਦੀ ਥਾਂ ਖਰੀਦ ਕਰਕੇ, ਉੱਤੇ ਨਗਰ ਵਸਾ ਕਰਕੇ ਫਿਰ ਇੱਥੋਂ ਤੁਰੇ ਸਨ। ਸੋ ਮਹਾਰਾਜ ਜੀ ਦਾ ਆਪਣਾ ਜਿਹੜਾ ਨਿੱਜੀ ਘਰ ਹੈ ਉਹ ਤੇ ਪੰਜਾਬ ਦੀ ਧਰਤੀ ਤੇ ਹੈ, ਲੇਕਿਨ ਸਾਡੇ ਵਰਗੇ ਸਿੱਖਾਂ ਨੂੰ ਤਾਰਨ ਦੇ ਲਈ, ਗਰੀਬ ਨਿਵਾਜੀ ਕਰਨ ਦੇ ਲਈ ਇਸ ਦੇਸ਼ ਵਿੱਚ ਵਿਚਰ ਰਹੇ ਹਨ। ਪੁਰ ਪਟਨੇ ਮੈਂ ਕੀਨ ਨਿਵਾਸ। ਤੇ ਚਲਦੇ ਚਲਦੇ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਇੱਥੇ ਸਾਡੇ ਇਸ ਸ਼ਹਿਰ, ਇਸ ਦੇਸ਼ ਪਟਨੇ ਸ਼ਹਿਰ ਦੇ ਵਿੱਚ ਆ ਕਰਕੇ ਨਿਵਾਸ ਕੀਤਾ ਹੈ। ਕਰਿਓ ਕਿਰਤਾਰਥ ਸ਼੍ਰੀ ਗੁਣ ਰਾਸ। ਇਹ ਵੀ ਮਹਾਰਾਜ ਜੀ ਕੀ ਬਖਸ਼ਿਸ਼ ਹੈ ਕਿ ਇਹ ਥਾਂ ਸਤਿਗੁਰਾਂ ਨੂੰ ਭਾ ਗਈ, ਕਿਉਂਕਿ ਗੁਰੂ ਕੀ ਮੌਜ ਹੈ ਨਾ ਗੁਰਮੁਖੋ। ਜੇ ਗੁਰਦੇਵ ਨੂੰ ਨਾ ਥਾਂ ਪਾਉਂਦੀ ਤੇ ਹੋ ਸਕਦਾ ਮਹਾਰਾਜ ਇਸ ਤੋਂ ਵੀ ਅੱਗੇ ਕਿਤੇ ਹੋਰ ਜਾ ਕਰਕੇ ਆਪਣਾ ਟਿਕਾਣਾ ਕਰ ਲੈਂਦੇ। ਤੇ ਗੁਰੂ ਕੀ ਮੌਜ ਹੈ। ਅੱਜ ਇਸ ਸਥਾਨ ਤੇ ਆਪਾਂ ਬੈਠੇ ਹਾਂ ਨਾ ਗੁਰਮੁਖੋ, ਗੁਰਦੁਆਰਾ ਧੂਮਧਾਨ ਸਾਹਿਬ ਦੀ ਧਰਤੀ। ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਧਰਤੀ ਤੇ ਇਹ ਤਾਂ ਥਾਂ ਮਹਾਰਾਜ ਨੂੰ ਭਾ ਗਈ। ਇਹ ਇਲਾਕਾ, ਇਹ ਥਾਂ, ਇੱਥੇ ਸਾਡੇ ਵਰਗਿਆਂ ਨੂੰ ਨਿਵਾਜਣ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਆ ਕਰਕੇ ਬੈਠ ਗਏ। ਸੋ ਇਸ ਤਰ੍ਹਾਂ ਇਹ ਜਿਹੜਾ ਪਟਨਾ ਸ਼ਹਿਰ ਜੀ ਦਾ ਬਿਰਤਾਂਤ ਚੱਲ ਰਿਹਾ, ਸੰਗਤ ਕਹਿ ਰਹੀ ਹੈ ਕਿ ਸਾਡੇ ਥਾਂ, ਸਾਡੇ ਦੇਸ਼ ਨੂੰ, ਸਾਡੇ ਇਲਾਕਿਆਂ ਨੂੰ ਕਿਰਤਾਰਥ ਕਰਨ ਦੇ ਲਈ ਗਰੀਬ ਨਿਵਾਜ ਸਤਿਗੁਰੂ ਆਪ ਇੱਧਰ ਆਏ ਹਨ। ਗਏ ਵਿਦੇਸ਼ ਆਏ ਹੈ ਦੇਸ਼। ਗਏ ਵਿਦੇਸ਼ ਭਾਵ ਹੁਣ ਇੱਥੋਂ ਵੀ ਆਪ ਅੱਗੇ ਗਰੀਬ ਨਿਵਾਜ ਸਤਿਗੁਰੂ ਪਹੁੰਚੇ ਹੋਏ ਹਨ, ਫਿਰ ਵਾਪਸ ਇੱਥੇ ਆਉਣਗੇ ਜੀ। ਦਰਸ਼ਨ ਕਰ ਅਗ ਕਟੈ ਕਲੇਸ਼। ਜਿਨ੍ਹਾਂ ਦੇ ਦਰਸ਼ਨ ਕੀਤਿਆਂ, ਜਿਨ੍ਹਾਂ ਦਾ ਦੀਦਾਰ ਪਾਇਆ, ਸਾਡੇ ਵਰਗੇ ਕਲਯੁਗੀ ਜੀਵਾਂ ਦੇ ਅਨੇਕਾਂ ਕਲੇਸ਼ ਵਿਘਨ ਕੱਟੇ ਜਾਂਦੇ ਹਨ। ਹਮ ਲੋਕਨ ਕੇ ਭਾਗ ਜਗੇ ਹੈ। ਤੇ ਸੰਗਤ ਵਡਿਆਈ ਕਰ ਰਹੀ ਹੈ ਸਤਿਗੁਰਾਂ ਦੀ। ਸੰਗਤ ਆਪਸ ਵਿੱਚ ਵਾਰਤਾਲਾਪ ਕਰ ਰਹੀ ਹੈ ਕਿ ਇਹ ਸਾਡੇ ਵਰਗੇ ਆਮ ਲੋਕਾਂ ਦੇ ਵੱਡੇ ਭਾਗ ਨੇ, ਜਾਗ ਪਏ ਨੇ। ਜੇ ਇਹ ਭਾਗ ਨਾ ਜਾਗਦੇ ਤੇ ਜੀਵਨ ਵਿੱਚ ਕਿਤੇ ਸਤਿਗੁਰੂ ਦਾ ਦਰਸ਼ਨ ਹੋਣਾ ਸੀ। ਵੱਡੇ ਭਾਗ ਨੇ ਤੇ ਇਹ ਸਾਡੇ ਭਾਗ ਜਾਗੇ ਹਨ, ਜਿਨ੍ਹਾਂ ਕਰਕੇ ਸਾਨੂੰ ਸਰੀਰ ਕਾਲ ਵਿੱਚ ਸਤਿਗੁਰਾਂ ਦੇ ਦੀਦਾਰ ਹੋ ਰਹੇ ਹਨ। ਜਿਸ ਤੇ ਸ੍ਰੀ ਗੁਰ ਸੇਵ ਲੱਗੇ ਹੈ। ਤੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਜੋ ਸਾਨੂੰ ਇਸ ਜੀਵਨ ਵਿੱਚ ਪੂਰੇ ਸਤਿਗੁਰੂ ਦੀ ਸੇਵਾ ਪ੍ਰਾਪਤ ਹੋਈ ਹੈ। ਕਿਉਂਕਿ ਮੈਂ ਫਿਰ ਬੇਨਤੀ ਕਰਾਂ ਗੁਰਮੁਖੋ, ਗੁਰਬਾਣੀ ਵਿੱਚ ਵੀ ਮਹਾਰਾਜ ਜੀ ਨੇ ਲਿਖਿਆ ਕਿ ਵੱਡੇ ਭਾਗ ਨਾ ਹੋਣ ਤੇ ਮਨੁੱਖ ਸੇਵਾ ਨਹੀਂ ਕਰ ਸਕਦਾ, ਸੰਗਤ ਨਹੀਂ ਕਰ ਸਕਦਾ। ਮਹਾਰਾਜ ਜੀ ਕੀ ਪਵਿੱਤਰ ਬਾਣੀ ਦੇ ਵੀ ਬੋਲ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਤੇ ਵੱਡੇ ਭਾਗ ਨੇ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਇੱਧਰ ਸਾਡੇ ਦੇਸ਼ ਵਿੱਚ ਆਏ ਹਨ, ਸਾਨੂੰ ਦਰਸ਼ਨ ਬਖਸ਼ੇ ਹਨ। ਤੇ ਅਸੀਂ ਜਿੰਨਾ ਕੁ ਹੋ ਸਕਦਾ ਹੈ ਤਨ ਮਨ ਧਨ ਤੋਂ ਮਹਾਰਾਜ ਜੀ ਕੀ ਸੇਵਾ ਕਰ ਰਹੇ ਹਾਂ। ਅਬ ਸਤਿਗੁਰ ਕੇ ਸੁਤ ਇਹ ਪਇਓ। ਹੁਣ ਉਸੇ ਹੀ ਪੂਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਇਹ ਸੁਤ, ਇਹ ਪੁੱਤਰ ਪ੍ਰਗਟ ਹੋਏ ਹਨ।
ਜਨ ਸਿੱਖਿਆਨ ਕੋ ਪੁਨ ਉਪਜਿਓ। ਜਨ ਇਹ ਸਿੱਖਾਂ ਨੂੰ ਤਾਰਨ ਦੇ ਲਈ ਮਹਾਰਾਜ ਜੀ ਨੇ ਆਪ ਹੀ ਕੋਈ ਬਖਸ਼ਿਸ਼ ਵਰਤਾਈ ਹੈ, ਕਿਉਂਕਿ ਇਹਦਾ ਥੋੜਾ ਜਿਹਾ ਵੈਸੇ ਅੱਗੇ ਵਿਖਿਆਨ ਵਿਸਤਾਰ ਸਹਿਤ ਭਾਈ ਸਾਹਿਬ ਜੀ ਕਰਨਗੇ ਜਿਵੇਂ ਇਹ ਬਖਸ਼ਿਸ਼ ਹੋਈ ਹੈ, ਲੇਕਿਨ ਸੰਗਤ ਬਾਤਾਂ ਕਰ ਰਹੀ ਹੈ ਕਿ ਇਹ ਵੀ ਸਿੱਖਾਂ ਦੇ ਉਧਾਰ ਹਿਤ ਹੀ ਕਲਾ ਵਰਤੀ ਹੈ। ਜੋ ਜੋ ਸੇਵ ਕਰੈ ਸੁਖ ਪਾਵੈ ਹੈ। ਹੁਣ ਜਿਵੇਂ ਜਿਵੇਂ ਸਾਡੇ ਵਰਗੇ ਸਿੱਖ ਪੂਰੇ ਗੁਰੂ ਦੀ ਸੇਵਾ ਕਰਨਗੇ, ਪੂਰੇ ਗੁਰੂ ਦੇ ਦਰਸ਼ਨ ਕਰਨਗੇ, ਸਿਮਰਨ ਕਰਨਗੇ, ਉਹਨਾਂ ਨੂੰ ਹੋਰ ਅਸੀਮ ਸੁਖ ਪ੍ਰਾਪਤ ਹੋਣਗੇ ਜੀ। ਤਿਉ ਤਿਉ ਦੇਵ ਲੋਕਨ ਹਰਿ ਖਾਵੈ। ਤੇ ਉਸੇ ਤਰ੍ਹਾਂ ਹੀ ਫਿਰ ਜਿਵੇਂ ਪੂਰੇ ਗੁਰੂ ਦੀ ਬਖਸ਼ਿਸ਼ ਮਿਲੇਗੀ, ਇਹ ਸਿੱਖਾਂ ਦਾ ਜਿਹੜਾ ਜੀਵਨ ਹੈ ਦੇਵਤਿਆਂ ਵਰਗਾ ਹੋ ਜਾਵੇਗਾ, ਮਹਾਨ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਕਿਉਂਕਿ ਪੂਰੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਜੀਵਨ ਸਫਲ ਹੁੰਦਾ ਹੈ। ਸੋ ਇਸ ਵੇਲੇ ਹੁਣ ਇਹ ਸਾਰੀ ਪਟਨੇ ਦੀ ਸੰਗਤ, ਸਾਰੇ ਸਿੱਖ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਗੇ ਜੀ। ਹਮ ਨਿਜ ਪੁੱਤਰਨ ਜੁਤ ਦਰਸੈ ਹੈ। ਹਮ ਨਿਜ, ਹੁਣ ਜਿਹੜੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਪੈਦਾ ਹੋਏ ਨੇ ਨਾ, ਹੁਣ ਸਾਨੂੰ ਵੱਡੇ ਭਾਗ ਸਾਡੇ ਇਹ ਨੇ ਵੀ ਸਾਨੂੰ ਇੱਥੇ ਹੀ ਉਹਨਾਂ ਦਾ ਵੀ ਦਰਸ਼ਨ ਹੋਵੇਗਾ। ਅਜੇ ਤੱਕ ਵੈਸੇ ਹੋਇਆ ਨਹੀਂ, ਪਰੰਤੂ ਜਦੋਂ ਹੁਣ ਮਾਤ ਨਾਨਕੀ ਜੀ, ਮਾਤ ਗੁਜਰ ਕੌਰ ਜੀ ਜਾਂ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਦੇ ਮਾਮਾ ਕਿਰਪਾਲ ਚੰਦ ਜੀ ਸੰਗਤ ਵਿੱਚ ਲੈ ਕੇ ਆਉਣਗੇ, ਤਾਂ ਸੋ ਸਾਰੀ ਸੰਗਤ ਨੂੰ ਫਿਰ ਹੁਣ ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ ਦੇ ਦਰਸ਼ਨ ਜਿਹੜੇ ਨੇ, ਭਾਵ ਗੋਬਿੰਦ ਰਾਏ ਜੀ ਦੇ ਦਰਸ਼ਨ ਵੀ ਹੋਣਗੇ ਜੀ। ਬਿਗਨ ਅਨੇਕਨ ਕੋ ਹਤਵੈ ਹੈ। ਤੇ ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਹੀ ਜੀਵਨ ਦੇ ਅਨੇਕਾਂ ਵਿਘਨ ਮੁੱਕ ਜਾਂਦੇ ਹਨ, ਅਨੇਕਾਂ ਮੁਸੀਬਤਾਂ ਟਲ ਜਾਂਦੀਆਂ ਹਨ, ਅਨੇਕਾਂ ਦੁੱਖ ਖਤਮ ਹੋ ਜਾਂਦੇ ਹਨ। ਇਸ ਵਿਦ ਇਹ ਸਤਿਗੁਰਾਂ ਦੇ ਦਰਸ਼ਨਾਂ ਦੀ ਮਹਾਨਤਾ ਹੈ। ਪਹਿਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਹੋਏ ਹਨ, ਹੁਣ ਉਹਨਾਂ ਦੇ ਸੁਪੁੱਤਰ ਗੋਬਿੰਦ ਰਾਏ ਜੀ ਦੇ ਹੋਣਗੇ। ਸੋ ਸਾਡਾ ਇਸ ਵਿਦ ਜਨਮ ਸਫਲ ਹੋ ਜਾਏਗਾ। ਇਤਿਆਦਿਕ ਪਟਨੇ ਪੁਰ ਮਾਹੀ। ਇਸ ਵਿਦ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਪਟਨੇ ਸ਼ਹਿਰ ਦੇ ਅੰਦਰ ਜੀ ਕੀਰਤ ਕਰੈ ਸੁਭਾਗ ਸਰਾਹੀ। ਬੇਅੰਤ ਸੰਗਤਾਂ ਇਹ ਕੀਰਤੀ ਮਹਾਰਾਜ ਜੀ ਕੀ ਵਡਿਆਈ ਗਾਇਨ ਕਰ ਰਹੀਆਂ ਹਨ, ਕਿਉਂਕਿ ਬਹੁਤ ਵੱਡੇ ਭਾਗ ਨੇ ਗੁਰਮੁਖੋ। ਕੱਲ ਵੀ ਇਹਦਾ ਥੋੜਾ ਜਿਹਾ ਜ਼ਿਕਰ ਆਇਆ ਸੀ। ਇੱਕ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਇੱਧਰ ਪੰਜਾਬ ਦੇਸ਼ ਤੋਂ ਚੱਲ ਕਰਕੇ ਤੇ ਉਧਰ ਪੂਰਬ ਦੇਸ਼ ਦੇ ਵਿੱਚ ਦਰਸ਼ਨ ਦੇਣ ਦੇ ਲਈ, ਸੰਗਤਾਂ ਦੇ ਉਧਾਰ ਹਿਤ ਬਖਸ਼ਿਸ਼ਾਂ ਦੇਣ ਦੇ ਲਈ ਪਹੁੰਚੇ। ਤੇ ਦੂਸਰਾ ਇਹ ਥਾਂ ਸਤਿਗੁਰੂ ਜੀਆਂ ਨੂੰ ਇਤਨਾ ਭਾਗ ਗਈ ਕਿ ਸਤਿਗੁਰੂ ਜੀ ਕੇ ਲਾਲ ਗੋਬਿੰਦ ਰਾਏ ਦਾ ਅਵਤਾਰ ਪਟਨੇ ਦੀ ਧਰਤੀ ਤੇ ਹੁੰਦਾ ਹੈ। ਤੇ ਅੱਜ ਵੇਖੋ ਨਾ ਆਪ, ਸਾਡਿਆਂ 5 ਤਖਤਾਂ ਦੇ ਵਿੱਚੋਂ ਇੱਕ ਤਖਤ ਜਿਹੜਾ ਹੈ ਤਖਤ ਸ੍ਰੀ ਹਰਿਮੰਦਰ ਉਸ ਧਰਤੀ ਤੇ ਹੈ। ਤੇ ਇਤਨਾ ਭਾਗ ਗਈ ਕਿ ਜਿਸ ਵਕਤ ਸਤਿਗੁਰਾਂ ਦੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਉਸ ਧਰਤੀ ਤੇ ਪ੍ਰਗਟ ਹੋਏ, ਪੈਦਾ ਹੋਏ, ਸੋ ਉਸੇ ਹੀ ਥਾਂ ਤੇ ਫਿਰ ਬੇਅੰਤ ਚੋਜ, ਬੇਅੰਤ ਕੌਤਕ ਜਿਹੜੇ ਨੇ, ਜਿਨ੍ਹਾਂ ਦਾ ਅੱਗੇ ਪ੍ਰਸੰਗ ਵਿੱਚ ਜ਼ਿਕਰ ਵੀ ਆਵੇਗਾ, ਉਹ ਮਹਾਰਾਜ ਜੀਆਂ ਨੇ ਵਰਤਾਏ ਹਨ। ਸੋ ਇਸ ਵਿਦ ਇਹ ਇਉਂ ਕਹਿ ਲਈਏ ਵੀ ਜਿਸ ਥਾਂ ਤੇ ਸਤਿਗੁਰਾਂ ਦੇ ਮੁਬਾਰਕ ਚਰਨ ਪੈ ਗਿਆ, ਉਹ ਥਾਂ ਧੰਤਾ ਯੋਗ ਹੋਊਗੀ। ਜਿਵੇਂ ਆਪਾਂ ਬਾਣੀ ਵਿੱਚ ਵੀ ਪੜ੍ਹਦੇ ਆ ਨਾ, ਜਿੱਥੇ ਜਿੱਥੇ ਦਾਤਾ ਜੀ ਨੇ ਆਪਣੇ ਮੁਬਾਰਕ ਚਰਨ ਪਾਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਪਵਿੱਤਰ ਹੋ ਗਿਆ ਜਿਸ ਥਾਂ ਤੇ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਹੁਣ ਥਾਂ ਦੇ ਨਾਲ ਨਾਲ ਉੱਥੇ ਵਸਣ ਵਾਲੇ ਜਿੰਨੇ ਵੀ ਨੇ, ਭਾਵੇਂ ਉਸ ਵਕਤ ਦੇ ਨੇ, ਕਿਉਂਕਿ ਸਮਕਾਲੀ ਕਹੀਏ ਜਿੰਨੀ ਸੰਗਤ ਸਰੀਰ ਕਾਲ ਵਿੱਚ ਮਹਾਰਾਜ ਜੀ ਕੇ ਦਰਸ਼ਨ ਪਾ ਰਹੀ, ਉਹਨਾਂ ਦਾ ਵੀ ਜੀਵਨ ਸਫਲ ਹੈ। ਫਿਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਉਸ ਵਕਤ ਹੀ ਸੰਗਤ ਨੂੰ ਦਰਸ਼ਨ ਹੋਇਆ, ਕਿਉਂਕਿ ਸਤਿਗੁਰੂ ਤਾਂ ਗੁਰੂ ਤੇਗ ਬਹਾਦਰ ਤੇ ਥੋੜੇ ਸਮਾਂ ਉੱਥੇ ਰਹਿ ਕਰਕੇ ਅੱਗੇ ਗਏ ਚਲੇ ਤੇ ਵਾਪਸ ਆਏ, ਤੇ ਥੋੜੇ ਸਮੇਂ ਦੇ ਬਾਅਦ ਵਾਪਸ ਪੰਜਾਬ ਦੇਸ਼ ਮੁੜ ਆਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਲਪਣੇ ਦੇ ਵਿੱਚ ਗੋਬਿੰਦ ਰਾਏ ਜਿਸ ਵਕਤ ਉੱਥੇ ਵਿਚਰ ਰਹੇ ਨੇ, ਕੋਈ ਲੰਬਾ ਸਮਾਂ ਮਹਾਰਾਜ ਜੀ ਨੇ ਉੱਥੇ ਕੌਤਕ ਵਰਤਾਏ, ਬਾਲ ਚੋਜ ਕੀਤੇ। ਅੱਜ ਵੀ ਉਹ ਥਾਂ ਇਤਨੀ ਬਖਸ਼ਿਸ਼ ਵਾਲੀ ਹੈ ਕਿ ਜਿੰਨੀ ਸੰਗਤ ਉਸ ਵੇਲੇ ਤੋਂ ਲੈ ਕਰਕੇ ਅੱਜ ਤੱਕ ਜਿੰਨੇ ਸਿੱਖ ਹੋਏ ਨੇ ਉੱਥੋਂ ਬਖਸ਼ਿਸ਼ਾਂ ਲੈ ਕੇ ਨਿਹਾਲ ਹੋ ਗਏ। ਉਹ ਥਾਂ ਹੀ ਪਵਿੱਤਰ ਹੋ ਗਿਆ, ਮਹਾਨ ਹੋ ਗਿਆ। ਸੋ ਇਦਾਂ ਅੱਜ ਵੀ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜੁਗਾਂ ਜੁਗਾਂ ਤੱਕ ਜਿੰਨੇ ਵੀ ਨਾਨਕ ਨਾਮ ਲੈਵਾ ਭਾਵਨਾ ਵਾਲੇ ਸਿੱਖ ਹੋਣਗੇ, ਉਹ ਸਭ ਦਾ ਉੱਥੇ ਉਧਾਰ ਹੁੰਦਾ ਰਹੇਗਾ। ਇਹ ਉਸ ਥਾਂ ਦੀ ਮਹਾਨਤਾ ਹੈ ਜਿਸ ਨੂੰ ਮਹਾਰਾਜ ਜੀਆਂ ਨੇ ਨਿਵਾਜਿਆ ਸੀ। ਸੋ ਇਸ ਵਿੱਚ ਸਾਰੀ ਸੰਗਤ ਇਹ ਵਡਿਆਈ ਕਰ ਰਹੀ ਹੈ ਕਿ ਭਾਈ
ਵੇਖੋ ਪੂਰੇ ਸਤਿਗੁਰੂ ਦੀ ਕਿਰਪਾ ਹੋਈ ਹੈ, ਸਾਡੇ ਨਗਰ ਦੇ ਵੀ ਭਾਗ ਜਾਗ ਪਏ ਹਨ। ਇੱਥੇ ਮਹਾਰਾਜ ਜੀ ਨੇ ਆਪਣਾ ਵਸੇਬਾ ਕੀਤਾ ਹੈ। ਕੇਤਿਕ ਨੇਮ ਕਰ ਹੋਵਤ ਭੋਰ, ਕੇਤਿਕ ਨੇਮ, ਇਸ ਬਿਦਨਾ ਬਹੁਤ ਸਾਰੇ ਜਿਹੜੇ ਨੇਮ ਕਰਮ ਹਨ, ਸੰਗਤ ਮਿਤ ਕਰਕੇ ਮਹਾਰਾਜ ਜੀ ਕੇ ਪਿਆਰ ਅੰਦਰ ਕਰਦੀ ਹੈ। ਆਏ ਦੁਆਰ ਪਰ ਦੇਵ ਕਰ ਜੋਰ, ਫਿਰ ਜਿਵੇਂ ਹੁਣ ਬਾਲਕ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋਏ ਨੇ, ਅਜੇ ਤੱਕ ਮਾਤਾ ਜੀ ਨੇ ਦਰਸ਼ਨ ਤੇ ਨਹੀਂ ਕਰਵਾਏ, ਪਰੰਤੂ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਪਿਆਰ ਦੇ ਨਾਲ ਦਰਸ਼ਨ ਕਰਨ ਦੇ ਲਈ ਬੇਅੰਤ ਸੰਗਤਾਂ ਆਉਂਦੀਆਂ ਹਨ, ਲੇਕਿਨ ਅਜੇ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਫਿਰ ਸੰਗਤ ਕੀ ਕਰਦੀ ਹੈ, ਮਹਾਰਾਜ ਜੀ ਕੇ ਦੁਆਰ ਤੇ ਖੜੀ ਹੋ ਜਾਂਦੀ ਹੈ। ਜਿਸ ਕੋਠੇ ਦੇ ਅੰਦਰ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋਏ ਹਨ, ਜਿਸ ਥਾਂ ਤੇ ਮਾਤਾ ਗੁਜਰ ਕੌਰ ਜੀ ਦਾ ਨਿੱਜੀ ਨਿਵਾਸ ਹੈ, ਉਸ ਦੁਆਰ ਦੇ ਸਨਮੁਖ ਖੜੇ ਹੋ ਜਾਂਦੇ ਹਨ। ਪ੍ਰਥਮ ਆ ਕਰਕੇ ਦੋਵੇਂ ਹੱਥ ਜੋੜ ਕੇ ਸੀਸ ਨਵਾਉਂਦੇ ਹਨ, ਉਸ ਦੁਆਰ ਤੇ ਮਸਤਕ ਲਾਉਂਦੇ ਹਨ। ਫਿਰ ਆਪਣੀ ਜੋ ਵੀ ਕਿਸੇ ਦੀ ਕੋਈ ਭਾਵਨਾ ਹੈ ਉਸ ਦੁਆਰ ਤੇ ਅਰਦਾਸ ਕਰਕੇ ਤੇ ਉੱਥੋਂ ਫਿਰ ਸੰਗਤ ਬਖਸ਼ਿਸ਼ ਲੈ ਕੇ ਵਾਪਸ ਮੁੜ ਜਾਂਦੀ ਹੈ। ਅਬ ਬੰਧਨ ਕਰ ਕਾਰ ਸੰਭਾਰਹਿ, ਅਬ ਬੰਧਨ ਕਰ ਭਾਵ ਬੜੇ ਪਿਆਰ ਸਹਿਤ ਸਤਿਗੁਰਾਂ ਨੂੰ ਯਾਦ ਕਰਕੇ, ਗੁਰੂ ਨੂੰ ਯਾਦ ਕਰਕੇ, ਗੁਰੂ ਕੇ ਸੁਪੁੱਤਰ ਨੂੰ ਯਾਦ ਕਰਕੇ, ਨਮਸਕਾਰ ਕਰਕੇ ਫਿਰ ਆਪਣੀ ਕਾਰ ਵਿਹਾਰ ਕਿਰਤ ਵਿਰਤ ਆਦਿਕ ਕਰਦੇ ਹਨ। ਸੰਜ ਭਏ ਕਰ ਨਮੋ ਸਿੰਧਾਰੈ, ਸੰਧਿਆ ਵੇਲਾ ਫਿਰ ਜਿਵੇਂ ਹੁੰਦਾ ਹੈ, ਜਿਵੇਂ ਆਮ ਲੋਕਾਈ ਸਾਡੇ ਵਰਗੇ ਸੰਸਾਰਿਕ ਮਨੁੱਖ ਆਪਣੀ ਕਿਰਤ ਵਿਰਤ ਕਰਨ ਤੋਂ ਉਪਰੰਤ ਸ਼ਾਮਾਂ ਨੂੰ ਘਰਾਂ ਨੂੰ ਪਰਤਦੇ ਹਨ। ਫਿਰ ਇਹ ਨੇਮ ਬਣ ਗਿਆ ਵੀ ਹੁਣ ਸਾਰੇ ਪਹਿਲਾਂ ਸਤਿਗੁਰੂ ਜੀ ਕੇ ਗ੍ਰਹਿ ਵਿਖੇ ਜਾਂਦੇ ਹਨ, ਉੱਥੇ ਜਾ ਕੇ ਪਹਿਲੇ ਨਮਸਕਾਰ ਕਰਦੇ ਹਨ, ਦੁਆਰ ਤੇ ਖੜੇ ਹੋ ਕੇ ਅਰਦਾਸ ਕਰਦੇ ਹਨ ਤੇ ਫਿਰ ਵਾਪਸ ਆਪਣੇ ਘਰ ਵਿੱਚ ਆ ਕੇ ਵਿਸ਼ਰਾਮ ਕਰਦੇ ਹਨ। ਸੋ ਇਸ ਵਿਧ ਸੰਗਤ ਦੇ ਅੰਦਰ ਇੱਕ ਬੜੀ ਨਵੇਕਲੀ ਤੇ ਮਹਾਨ ਭਾਵਨਾ ਬਣ ਗਈ ਹੈ। ਭਾਵੇਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਨਹੀਂ ਨੇ, ਲੇਕਿਨ ਜਦੋਂ ਤੋਂ ਲਾਲ ਗੋਬਿੰਦ ਰਾਏ ਜੀ ਪ੍ਰਕਾਸ਼ ਪ੍ਰਗਟ ਹੋਏ ਹਨ, ਉਦੋਂ ਤੋਂ ਸੰਗਤ ਹੁਣ ਸਤਿਗੁਰਾਂ ਦਾ ਹੀ ਸਰੂਪ ਜਾਣ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰਕੇ ਅਸੀਸਾਂ ਬਖਸ਼ਿਸ਼ਾਂ ਲੈ ਰਹੀ ਹੈ ਜੀ। ਦੋਹਰਾ ਸੋਢੀ ਕੁਲ ਭੂਖਨ ਜਨਮ, ਪੂਸ ਮਾਸ ਮੈਂ ਲੀਨ, ਹੁਤੀ ਸੁਦੀ ਥਿਤ ਸਪਤਮੀ, ਸੁੰਦਰ ਸਮੈ ਸੋਚੀਨ। ਹੁਣ ਇਸ ਤੋਂ ਅੱਗੇ ਨਾ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਸਤਿਗੁਰੂ ਜੀਆਂ ਦੇ ਪ੍ਰਗਟ ਹੋਣ ਦਾ ਜਿਹੜਾ ਸਮਾਂ ਤਵਾਰੀਖੀ ਹਵਾਲਾ ਜਿਹੜਾ ਹੈ, ਤਿੱਤਵਾਰ ਜਿਹੜੇ ਹਨ ਉਹ ਆਪਣੀ ਲਿਖਤ ਦੇ ਵਿੱਚ ਅੰਕਿਤ ਕੀਤੇ ਹਨ। ਕਿਉਂਕਿ ਭਾਈ ਸਾਹਿਬ ਜੀ ਦੀ ਇਹ ਲਿਖਤ ਗੁਰਪ੍ਰਤਾਪ ਸੂਰਜ ਜਾਂ ਹੋਰ ਉਸ ਸਮੇਂ ਦੀਆਂ ਸਮਕਾਲੀ ਲਿਖਤਾਂ ਜਾਂ ਹੋਰ ਪੁਰਾਤਨ ਗ੍ਰੰਥਾਂ ਦੇ ਵਿੱਚ ਲਗਭਗ ਸਾਨੂੰ ਇਹੀ ਥਿੱਤ ਸਾਰਿਆਂ ਦੇ ਵਿੱਚੋਂ ਮਿਲਦੀ ਹੈ, ਜਿਹਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ। ਸੋਢੀ ਕੁਲ ਭੂਖਨ ਜਨਮ, ਸੋਢੀ ਕੁਲ ਦੇ ਮਹਾਨ ਅਵਤਾਰ ਕਹਿ ਲਈਏ, ਸੋਢੀ ਕੁਲ ਦੇ ਵਿੱਚ ਜਿਨ੍ਹਾਂ ਨੂੰ ਬਖਸ਼ਿਸ਼ ਮਿਲੀ ਹੈ। ਪੂਸ਼ ਮਾਸ ਮਹਿ ਲੀਨ, ਪੂਸ਼ ਮਾਸ ਤੋਂ ਭਾਵ ਹੈ ਪੋਹ ਮਹੀਨੇ ਦਾ ਸਮਾਂ ਹੈ। ਉਸ ਵਕਤ ਪੋਹ ਮਹੀਨਾ ਜਿਹੜਾ ਹੈ ਉਹ ਹੈ, ਤੇ ਪੋਹ ਮਹੀਨੇ ਦੇ ਅੰਦਰ ਹੁਤੀ ਸੁਦੀ ਥਿਤ ਸਪਤਮੀ, ਪੋਹ ਮਹੀਨੇ ਦੀ 7ਵੀਂ ਸੁਦੀ 7ਵੀਂ ਹੈ। ਇੱਕ ਵਧੀ ਹੁੰਦੀ ਹੈ ਗੁਰਮੁਖੋ, ਇੱਕ ਸੁਦੀ ਹੁੰਦੀ ਹੈ। ਸੁਦੀ 7ਵੀਂ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘਰ ਅੰਦਰ ਇੱਕ ਲਾਲ ਦੀ ਪੈਦਾਇਸ਼ ਹੋਈ ਸੀ। ਗੁਰੂ ਗੋਬਿੰਦ ਰਾਏ ਜੀ ਪ੍ਰਗਟ ਹੋਏ ਸਨ। ਉਹ ਸਮਾਂ ਕਿਹੜਾ ਹੈ, ਸਿੱਧੇ ਸ਼ਬਦਾਂ ਵਿੱਚ ਮੈਂ ਬੇਨਤੀ ਕਰਾਂ, ਪੋਹ ਸੁਦੀ 7ਵੀਂ ਨੂੰ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਅਵਤਾਰ ਧਾਰਨ ਕਰਦੇ ਹਨ। ਚੌਪਈ ਜਾਮ ਜਾਮਨੀ ਜਬਹੂ ਜਾਨੀ, ਤੇ ਜਿਵੇਂ ਹੀ ਉਹ ਰਾਤ, ਜਿਸ ਰਾਤ ਨੂੰ ਸਤਿਗੁਰੂ ਜੀਆਂ ਦਾ ਪ੍ਰਕਾਸ਼ ਹੋਣਾ, ਉਹ ਰਾਤ ਬਤੀਤ ਹੋਈ ਤੇ ਇੱਕ ਘੜੀ ਰਾਤ ਜਿਹੜੀ ਹੈ ਅੰਮ੍ਰਿਤ ਵੇਲੇ ਤੋਂ ਸ਼ੇਸ਼ ਬਚੀ ਹੈ। ਜਿਵੇਂ ਅੰਮ੍ਰਿਤ ਵੇਲੇ ਕੱਲ ਦੇ ਦੀਵਾਨਾਂ ਵਿੱਚ ਵੀ ਜ਼ਿਕਰ ਆਇਆ ਸੀ ਕਿ ਲਾਲ ਗੋਬਿੰਦ ਰਾਏ ਜੀ ਦਾ ਜਿਹੜਾ ਪ੍ਰਕਾਸ਼ ਹੈ ਅੰਮ੍ਰਿਤ ਵੇਲੇ ਹੋਇਆ ਹੈ। ਪਹਿਰ ਰਾਤ ਰਹਿੰਦਿਆਂ ਲਾਲ ਗੋਬਿੰਦ ਰਾਏ ਜੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਪ੍ਰਗਟ ਹੁੰਦੇ ਨੇ, ਲੇਕਿਨ ਭਾਈ ਸਾਹਿਬ ਜੀ ਇੱਥੇ ਜ਼ਿਕਰ ਕਰਦੇ ਹਨ ਰਾਤ ਬਤੀਤ ਹੋ ਰਹੀ ਸੀ, ਅੰਮ੍ਰਿਤ ਵੇਲਾ ਪ੍ਰਾਰੰਭ ਹੋ ਰਿਹਾ ਸੀ। ਪਹਿਰ ਰਾਤ ਤੋਂ ਕੋਈ ਇੱਕ ਘੜੀ ਦਾ ਸਮਾਂ ਜਿਹੜਾ ਹੈ, ਕੋਈ 22-24 ਮਿੰਟ ਸਮਾਂ ਇਉਂ ਸਮਝ ਲਈਏ ਵੀ ਅਜੇ ਸ਼ੇਸ਼ ਹੈ, ਉਸ ਤੋਂ ਅੱਗੇ ਅੰਮ੍ਰਿਤ ਵੇਲਾ ਪ੍ਰਾਰੰਭ ਹੁੰਦਾ ਹੈ। ਸੁਰ ਗਨ ਆਨ ਪ੍ਰਸ਼ੰਸਾ ਠਾਨੀ, ਤੇ ਉਸੇ ਵਕਤ ਹੀ ਕੁਝ ਅਗੰਮੀ ਕਲਾ ਵਰਤੀਆਂ ਹਨ, ਉਸੇ ਵਕਤ ਹੀ ਬਹੁਤ ਵੱਡੀਆਂ ਬਖਸ਼ਿਸ਼ਾਂ ਹੋਈਆਂ ਹਨ। ਸੁਰਗਨ ਆਨ ਪ੍ਰਸ਼ੰਸਾ ਠਾਨੀ, ਤੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਉਹ ਸਮਾਂ ਜਿਸ ਵਕਤ ਹੋਇਆ, ਜਿਸ ਵਕਤ ਲਾਲ ਗੋਬਿੰਦ ਰਾਏ ਜੀਆਂ ਨੇ ਸਰੀਰ ਰੂਪ ਦੇ ਵਿੱਚ ਇਸ ਧਰਤੀ ਤੇ ਪ੍ਰਗਟ ਹੋਣਾ ਹੈ,
ਇਉਂ ਹੋ ਗਿਆ ਵੀ ਜਿਵੇਂ ਕੋਈ ਵਿਸ਼ੇਸ਼ ਦੇਵਤੇ ਇਸ ਧਰਤੀ ਤੇ ਆ ਕਰਕੇ ਤੇ ਕੋਈ ਨਵੀਂ ਕਲਾ ਵਰਤਾ ਰਹੇ ਹਨ। ਕੁਝ ਵਿਸ਼ੇਸ਼ ਹੋ ਰਿਹਾ ਹੈ। ਜਿਨ੍ਹਾਂ ਜਿਨ੍ਹਾਂ ਨੇ ਉਸ ਸਮੇਂ ਨੂੰ ਤੱਕਿਆ ਨਾ, ਉਹਦਾ ਵਿਖਿਆਨ ਭਾਈ ਸਾਹਿਬ ਜੀ ਨੇ ਇੱਥੇ ਕੀਤਾ ਹੈ। ਵਿਸਤਾਰ ਸਹਿ ਥੋੜਾ ਕਰ ਰਹੇ ਹਨ ਕਿ ਜਿਵੇਂ ਅਰਸ਼ਾਂ ਤੋਂ ਕੋਈ ਦੇਵਤੇ ਆ ਕੇ ਪਹਿਲਾਂ ਹੀ ਉਹਨਾਂ ਦੇ ਸਤਿਕਾਰ ਵਿੱਚ ਇਸ ਧਰਤੀ ਤੇ ਹਾਜ਼ਰ ਹੋ ਗਏ ਸਨ। ਬਿਥਰੀ ਬਰ ਸੁਗੰਧਪੁਰ ਸਾਰੇ, ਤੇ ਕਹਿ ਰਹੇ ਹਨ ਵੀ ਜਿਸ ਵਕਤ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋ ਰਹੇ ਹਨ, ਭਾਵ ਅੰਮ੍ਰਿਤ ਵੇਲੇ ਜਿਸ ਵਕਤ ਅਵਤਾਰ ਧਾਰਨ ਕਰ ਰਹੇ ਹਨ, ਉਸ ਵਕਤ ਕੀ ਹੋਇਆ, ਉੱਥੋਂ ਦਾ ਜਿਹੜਾ এনवायरमेंट ਹੈ ਉਹਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਸੁਗੰਧੀ ਪਸਰ ਗਈ ਹੈ। ਵਿਸ਼ੇਸ਼ ਕਿਸਮ ਦਾ ਇੱਕ ਮਾਹੌਲ ਬਣ ਗਿਆ। ਜਿਵੇਂ ਆਪਾਂ ਕਹਿ ਲਈਏ ਵੀ ਮੌਸਮ ਇੰਨਾ ਸੁਹਾਵਣਾ ਹੋ ਗਿਆ, ਇਤਨੀ ਬਖਸ਼ਿਸ਼ ਵਾਲਾ ਕਿ ਜਿਨ੍ਹਾਂ ਜਿਨ੍ਹਾਂ ਨੇ ਉਹ ਬਖਸ਼ਿਸ਼ ਨੂੰ ਵੇਖਿਆ, ਤੱਕਿਆ, ਮਹਿਸੂਸ ਕੀਤਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਕੁਝ ਨਾ ਕੁਝ ਵੱਖਰਾ ਵਿਸ਼ੇਸ਼ ਘਟ ਰਿਹਾ ਹੈ, ਕੋਈ ਵੱਡੀ ਬਖਸ਼ਿਸ਼ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਅਸੀਂ ਸਾਖੀ ਪੜਾਂਗੇ ਨਾ, ਉੱਥੇ ਵੀ ਕਵੀ ਸੰਤੋਖ ਸਿੰਘ ਜੀ ਹੋਰਾਂ ਨੇ ਇਸ ਢੰਗ ਦੇ ਨਾਲ ਜ਼ਿਕਰ ਕੀਤਾ ਹੈ ਕਿ ਜਿਸ ਵਕਤ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਤਿਕਾਰਯੋਗ ਮਾਂ ਤ੍ਰਿਪਤਾ ਜੀ ਦੀ ਕੁੱਖ ਤੋਂ ਅਵਤਾਰ ਧਾਰਨ ਕਰ ਰਹੇ ਨੇ ਨਾ, ਤੇ ਉਸ ਵਕਤ এনवायरमेंट ਦੇ ਵਿੱਚ ਵੱਡੀਆਂ ਤਬਦੀਲੀਆਂ ਹੋ ਗਿਆ। ਇੱਥੇ ਤੇ ਕੇਵਲ ਇੱਕ ਘੜੀ ਦਾ ਜ਼ਿਕਰ ਕਰ ਰਹੇ ਨੇ, ਉੱਥੇ ਉਹਨਾਂ ਨੇ ਬੜਾ ਲੰਬੇਰਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਵੀ ਇਹ এনवायरमेंट ਦੇ ਵਿੱਚ ਹੀ ਐਸੀ ਤਬਦੀਲੀ ਹੋ ਗਈ, ਮਾਨੋ ਕਿਸੇ ਵੱਡੀ ਆਤਮਿਕ ਅਵਸਥਾ ਵਾਲੇ ਪੁਰਖ ਨੇ ਇਸ ਸੰਸਾਰ ਵਿੱਚ ਪ੍ਰਗਟ ਹੋਣਾ ਹੈ, ਤੇ ਉਸ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਹ ਜਿਹੜੀ ਕੁਦਰਤ ਹੈ ਉਹਦੇ ਸਵਾਗਤ ਦੇ ਲਈ ਆਪਣੇ ਆਪ ਹੀ ਕੋਈ ਤਿਆਰੀਆਂ ਕਰਕੇ ਬੈਠੀ ਹੈ। ਆਪਣੇ ਆਪ ਹੀ ਇਹਦੇ ਵਿੱਚ ਵੱਡੀਆਂ ਬਖਸ਼ਿਸ਼ਾਂ ਵਰਤ ਰਹੀਆਂ ਨੇ। ਸੋ ਭਾਈ ਸਾਹਿਬ ਜੀ ਕਹਿੰਦੇ ਨੇ ਜਿਸ ਵਕਤ ਲਾਲ ਗੋਬਿੰਦ ਰਾਏ ਜੀ ਦਾ ਅਵਤਾਰ ਹੋ ਰਿਹਾ, ਅਵਤਾਰ ਹੋਣ ਤੋਂ ਪਹਿਲਾਂ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਬਿਥਰੀ ਥਰ ਸੁਗੰਧਪੁਰ ਸਾਰੇ, ਤੇ ਸਾਰੇ ਸ਼ਹਿਰ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਸੁਗੰਧੀ, ਵਿਸ਼ੇਸ਼ ਕਿਸਮ ਦਾ এনवायरमेंट ਬਣ ਗਿਆ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਾਰਿਆਂ ਨੇ ਆਨੰਦ ਮਾਣਿਆ ਹੋਣਾ, ਕਿਉਂਕਿ ਅੰਮ੍ਰਿਤ ਵੇਲੇ ਦਾ ਤੇ ਵੈਸੇ ਮਹਾਨਤਾ ਬੜੀ ਹੈ, ਗੁਰਬਾਣੀ ਵਿੱਚ ਮਹਾਰਾਜ ਜੀ ਨੇ ਦੱਸਿਆ। ਲੇਕਿਨ ਜਿਹੜੇ ਭਾਗਾਂ ਵਾਲੇ ਗੁਰਮੁਖ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਾ ਕੇ ਨਾਮ ਬਾਣੀ ਦਾ ਅਭਿਆਸ ਕਰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਇਲਮ ਹੋ ਜਾਂਦਾ ਹੈ, ਉਹਨਾਂ ਨੂੰ ਇਸ ਗੱਲ ਦੀ ਜ਼ਰੂਰ ਇਸ ਬਖਸ਼ਿਸ਼ ਦਾ ਪਤਾ ਲੱਗ ਜਾਂਦਾ ਵੀ ਜ਼ਰੂਰ ਇਸ এনवायरमेंट ਵਿੱਚ ਕੁਝ ਵੱਖਰਾ ਹੋ ਰਿਹਾ। ਸੋ ਉਸ ਵਕਤ ਐਸਾ ਹੋਇਆ ਵੀ ਸਾਰੀ ਪ੍ਰਕਿਰਤੀ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਸੁਗੰਧੀ ਫੈਲ ਗਈ ਹੈ। ਜਾਗਤ ਜੇ ਲਖ ਬਿਸਮੈ ਧਾਰੇ, ਤੇ ਭਾਈ ਸਾਹਿਬ ਜ਼ਿਕਰ ਕਰਦੇ ਹਨ ਜਿਹੜੇ ਗੁਰਮੁਖ ਉਸ ਵਕਤ ਜਾਗ ਰਹੇ ਸਨ, ਜਿਹੜੇ ਭਾਗਾ ਵਾਲੇ ਅੰਮ੍ਰਿਤ ਵੇਲੇ ਜਾਗ ਰਹੇ ਸਨ, ਤੇ ਜਿਹੜੇ ਜਾਗਦੇ ਨੇ ਸੱਚਮੁੱਚ ਪਤਾ ਵੀ ਉਹਨਾਂ ਨੂੰ ਹੀ ਲੱਗਦਾ ਜੇ ਗੁਰਮੁਖੋ, ਜਿਹੜਾ ਸੁੱਤਾ ਰਹਿ ਗਿਆ ਨਾ ਉਹਨਾਂ ਨੂੰ ਕੱਖ ਪਤਾ ਨਹੀਂ ਕੀ ਹੋ ਜਾਂਦਾ ਕੀ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਬਾਣੀ ਵਿੱਚ, ਉਹ ਕਹਿੰਦੇ ਫਰੀਦਾ ਰਾਤ ਕਤੂਰੀ ਵੰਡੀ ਐ, ਸੁੱਤਿਆ ਮਿਲਿਆ ਨਾ ਘਾਉ ਮੈਂ ਭਾਉ। ਜਿਹੜੇ ਸੁੱਤੇ ਰਹਿ ਗਏ ਉਹਨਾਂ ਨੂੰ ਕੀ ਪਤਾ ਵੀ ਅੰਮ੍ਰਿਤ ਵੇਲੇ ਦੀ ਕਿਰਪਾ ਕੀ ਹੈ, ਅੰਮ੍ਰਿਤ ਵੇਲੇ ਦਾ ਆਨੰਦ ਕੀ ਹੈ, ਅੰਮ੍ਰਿਤ ਵੇਲੇ ਦਾ ਗੁਰਪ੍ਰਸਾਦ ਕੀ ਹੈ। ਉਹ ਤੇ ਉਹਨਾਂ ਨੂੰ ਹੀ ਪਤਾ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਤੇ ਆਪਣੀ ਸੁਰਤ ਨੂੰ ਪਰਿਪੂਰਨ ਪਰਮਾਤਮਾ ਵਿੱਚ ਜੋੜਦੇ ਹਨ, ਰੱਬੀ ਨਾਮ ਵਿੱਚ ਬਹਿ ਜਾਂਦੇ ਨੇ। ਉਹਨਾਂ ਨੂੰ ਬਾਖੂਬੀ ਪਤਾ ਲੱਗ ਜਾਂਦਾ ਵੀ ਜ਼ਰੂਰ ਕੁਝ ਨਾ ਕੁਝ ਘੜਨ ਵਾਲਾ। ਜਿਵੇਂ ਅੱਗੇ ਸਾਖੀ ਜਿਵੇਂ ਜਿਵੇਂ ਅਸੀਂ ਪੜ੍ਹਦੇ ਜਾਵਾਂਗੇ ਨਾ, ਇੱਧਰੋਂ ਪੰਜਾਬ ਦੀ ਧਰਤੀ ਤੇ ਭੀਖਮ ਸ਼ਾਹ ਵਰਗੇ ਫਕੀਰ ਉਹ ਵੀ ਉੱਠ ਪਏ ਸਨ ਉਸ ਵੇਲੇ ਵੀ ਜ਼ਰੂਰ ਇਸ এনवायरमेंट 'ਚ ਕੁਝ ਵੱਡੀ ਕਲਾ ਵਰਤੀ, ਕੋਈ ਅਗੰਮੀ ਪੁਰਖ ਧਰਤੀ ਤੇ ਪ੍ਰਗਟ ਹੋਇਆ। ਸੋ ਇੱਕ ਵੱਖਰਾ ਅੱਗੇ ਹਵਾਲਾ ਆਵੇਗਾ। ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜੇ ਜਾਗ ਰਹੇ ਸਨ ਉਹਨਾਂ ਨੂੰ ਇਹ ਬਹੁਤ ਤਸੱਲੀ ਨਾਲ ਮਾਲੂਮ ਹੋ ਗਿਆ, ਪਤਾ ਲੱਗ ਗਿਆ ਵੀ ਇੱਥੇ ਪਟਨੇ ਦੀ ਧਰਤੀ ਤੇ ਅੱਜ ਜ਼ਰੂਰ ਕੁਝ ਨਵਾਂ ਵਾਪਰਿਆ ਹੈ ਜੀ। ਅਸ ਸੋਰਵ ਕੋ ਪ੍ਰਥਮ ਨਾ ਪਾਈ, ਤੇ ਉਹ ਜਿਸ ਵਕਤ ਭਾਵਨਾ ਵਾਲੇ ਗੁਰਮੁਖ ਅੰਮ੍ਰਿਤ ਵੇਲੇ ਉਸ এনवायरमेंट ਦਾ ਨਜ਼ਾਰਾ ਤੱਕਦੇ ਨੇ ਨਾ, ਉਸ ਹਵਾ ਨੂੰ ਮਹਿਸੂਸ ਕਰਦੇ ਨੇ, ਕਿਉਂਕਿ ਪ੍ਰਗਟ ਹੋ ਰਹੇ ਨੇ ਲਾਲ ਗੋਬਿੰਦ ਰਾਏ ਜੀ, ਉਹ ਮਹਾਨ ਪੁਰਖ ਪ੍ਰਗਟ ਹੋ ਰਿਹਾ ਹੈ ਜਿਸ ਨੇ ਸੰਸਾਰ ਵਿੱਚ ਆ ਕਰਕੇ ਸੰਸਾਰ ਦਾ ਇਤਿਹਾਸ ਹੀ ਬਦਲ ਕੇ ਰੱਖ ਦੇਣਾ, ਜਿਹਨੇ ਜ਼ੁਲਮਾਂ ਦਾ ਨਾਸ਼ ਕਰ ਦੇਣਾ, ਜਿਹਨੇ ਵੈਰੀਆਂ ਨੂੰ ਸੰਘਾਰ ਦੇਣਾ, ਜਿਹਨੇ ਸੰਤਾਂ ਦੀ ਰੱਖਿਆ ਕਰਨੀ, ਜਿਹਨੇ ਧਰਮ ਦੀ ਜੜ ਲਾ ਦੇਣੀ ਹੈ, ਸਾਬਤ ਕਰਨਾ। ਇਸ ਕਰਕੇ ਭਾਈ ਸਾਹਿਬ ਜੀ ਕਹਿ ਰਹੇ ਨੇ ਅਸ ਸੌਰਭ ਕਬ ਪ੍ਰਥਮ ਨਾ ਪਾਈ। ਉਹਨਾਂ ਨੂੰ ਮਹਿਸੂਸ ਹੋ ਗਿਆ ਅੰਮ੍ਰਿਤ ਵੇਲੇ ਕਿ ਅੱਜ ਜਿਹੜੀ ਸੁਗੰਧੀ ਇਸ এনवायरमेंट ਵਿੱਚੋਂ ਸਾਨੂੰ ਮਿਲੀ ਹੈ, ਅੱਜ ਜੋ ਮਹਿਸੂਸ ਹੋਇਆ ਸਾਨੂੰ ਅੰਤਰਾਤਮੇ ਤੇ, ਇਦਾਂ ਪਹਿਲਾਂ ਕਦੇ ਨਹੀਂ ਹੋਇਆ। ਇਹ ਤੇ ਕੋਈ ਵੱਖਰੀ ਹੀ ਬਖਸ਼ਿਸ਼ ਹੈ ਜੋ ਅੱਜ ਵਰਤ ਰਿਹਾ ਹੈ, ਇਹ ਪਹਿਲੇ ਨਹੀਂ ਹੋਇਆ ਸੀ। ਇਹ ਓਚਕ ਅਬ ਕਿਤ ਤੇ ਆਈ, ਪਰੰਤੂ ਇਹ ਆਈ ਕਿੱਥੋਂ ਹੈ, ਕਿਵੇਂ ਆਈ ਹੈ, ਕੀ ਕੁਝ ਹੋਇਆ ਹੈ, ਇਹਦੇ ਪਰਥਾਏ ਅਜੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਕਿਉਂਕਿ ਲਾਲ ਗੋਬਿੰਦ ਰਾਏ ਜੀ ਦੀ ਗੱਲ ਕਰਾਂਗੇ ਤੇ ਉਹ ਪਟਨੇਪੁਰ ਜਿਸ ਥਾਂ ਤੇ ਮਹਾਰਾਜ ਜੀ ਦਾ ਵਾਸਾ ਹੈ ਉੱਥੇ ਪ੍ਰਗਟ ਹੋ ਰਹੇ ਨੇ।
ਤੇ এনवायरमेंट ਦੇ ਵਿੱਚ ਵੱਖਰਾ ਕੁਝ ਵੇਖਣ ਨੂੰ ਮਿਲ ਰਿਹਾ। ਕੋ ਭਾਗਾਂ ਵਾਲੇ ਗੁਰਮੁਖ ਅੰਮ੍ਰਿਤ ਵੇਲੇ ਜਾਗਣ ਵਾਲੇ ਉਹਨਾਂ ਨੂੰ ਇਹ ਮਹਿਸੂਸ ਤਾਂ ਹੋ ਗਿਆ, ਲੇਕਿਨ ਪਤਾ ਨਹੀਂ ਲੱਗਿਆ ਵੀ ਇਹ ਬਖਸ਼ਿਸ਼ ਅਜੇ ਕਿਸ ਥਾਂ ਤੋਂ ਆ ਰਹੀ ਹੈ। ਸ਼੍ਰੀ ਗੁਰ ਮਾਤ ਨਾਨਕੀ ਤਬੈ। ਇਧਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਮਾਤਾ ਸਤਿਕਾਰਯੋਗ ਮਾਂ ਨਾਨਕੀ ਜੀ, ਉਹ ਵੀ ਉਸ ਵਕਤ ਜਾਗ ਰਹੇ ਸਨ। ਸਗਨ ਵਿਚਾਰ ਕਰੈ ਸ਼ੁਭ ਸਬੈ। ਉਹਨਾਂ ਨੇ ਵੀ ਉਸ ਵਕਤ ਉਹ ਸਭ ਕੁਝ ਮਹਿਸੂਸ ਕੀਤਾ ਹੈ, ਕਿਉਂਕਿ ਇਹ ਤੇ ਸੁਭਾਵਕ ਗੱਲ ਹੈ ਨਾ, ਗੁਰਮੁਖੋ ਘਰ ਵਿੱਚ ਪੋਤਰੇ ਦੀ ਆਮਦ ਹੋ ਰਹੀ ਹੈ ਤੇ ਮਾਂ ਸੁੱਤੀ ਥੋੜੇ ਨਾ ਹੋਵੇਗੀ। ਸੋ ਉਹਨਾਂ ਨੇ ਵੀ ਉਸ ਵਕਤ ਮਹਿਸੂਸ ਕੀਤਾ। ਸ਼ਗਨ ਵਿਚਾਰ ਕਰਹਿ ਸ਼ੁਭ ਤਬੈ। ਸ਼ਗਨ ਤੋਂ ਭਾਵ ਮਾਤਾ ਜੀ ਨੇ ਵੀ ਇਹ ਮਹਿਸੂਸ ਕੀਤਾ, ਕਿਉਂਕਿ ਮਾਤਾ ਜੀ ਤੇ ਪਹਿਲੇ ਤੋਂ ਜਾਣਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਸੀਸ ਦਿੱਤੀ ਸੀ ਵੀ ਇਹਨਾਂ ਦੇ ਘਰ ਵਿਖੇ ਇੱਕ ਪੁੱਤਰ ਨੇ ਆਉਣਾ ਜਿਹੜਾ ਇਸ ਸੰਸਾਰ ਦਾ ਇੱਕ ਨਵਾਂ ਇਤਿਹਾਸ ਰਚੇਗਾ। ਸੋ ਮਾਤਾ ਜੀ ਤੇ ਪਹਿਲੇ ਤੋਂ ਜਾਣਦੇ ਸਨ। ਉਹਨਾਂ ਨੇ ਵੀ ਉਸ ਵਕਤ ਮਹਿਸੂਸ ਕੀਤਾ ਵੀ ਜੋ ਪਤੀ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਡੇ ਨਾਲ ਵਚਨ ਸਾਂਝੇ ਕੀਤੇ ਸਨ, ਉਹ ਸ਼ੁਭ ਘੜੀ ਜਿਹੜੀ ਹੈ ਉਹ ਸਾਡੇ ਘਰ ਵਿਖੇ ਸਾਡੇ ਪੁੱਤਰ ਲਾਲ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿਖੇ ਆ ਪੁੱਜੀ ਹੈ ਜੀ। ਮਹਾਪੁਰਸ਼ ਮਮ ਸੁਤ ਕੇ ਹੋਆ। ਮਹਾਪੁਰਸ਼ ਇਹ ਕੋਈ ਆਮ ਬੱਚੇ ਨਹੀਂ ਨੇ, ਆਮ ਮਨੁੱਖ ਨਹੀਂ ਨੇ। ਸੰਸਾਰਿਕ ਬੱਚਿਆਂ ਨਾਲ ਅਸੀਂ ਤੁਲਨਾ ਨਹੀਂ ਕਰ ਸਕਦੇ, ਤੇ ਗੁਰੂ ਦੀ ਤੇ ਵੈਸੇ ਵੀ ਗੁਰਮੁਖੋ ਕਰਨੀ ਨਹੀਂ ਚਾਹੀਦੀ, ਕਿਉਂਕਿ ਗੁਰੂ ਜਨਮ ਨਹੀਂ ਲੈਂਦਾ, ਗੁਰੂ ਪ੍ਰਗਟ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਜਿੱਥੇ ਵੀ ਸ਼ਬਦ ਵਰਤਿਆ ਨਾ, ਉਹਨਾਂ ਜਨਮ ਦੀ ਗੱਲ ਕੀਤੀ ਨਹੀਂ ਬਿਲਕੁਲ। ਗੁਰੂ ਨਾਨਕ ਸਾਹਿਬ ਜੀ ਦੇ ਲਈ ਗੱਲ ਕੀਤੀ, ਉਹਨਾਂ ਨੇ ਪ੍ਰਗਟ ਸ਼ਬਦ ਵਰਤਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੀ ਗੱਲ ਕੀਤੀ, ਪ੍ਰਗਟ ਸ਼ਬਦ ਵਰਤਿਆ। ਉਹ ਸ਼ਬਦ ਉਹਨਾਂ ਨੇ ਲਿਖੇ ਨੇ, ਵਾਹ ਪ੍ਰਗਟਿਓ ਪੁਰਖ ਭਗਵੰਤ ਗੁਰੂ ਗੋਬਿੰਦ ਸੂਰਾ। ਸੋ ਪ੍ਰਗਟ ਹੋਏ ਹਨ, ਤੇ ਜਿਹੜੇ ਪ੍ਰਗਟ ਹੋਏ ਹਨ ਉਹ ਕੋਈ ਆਮ ਮਨੁੱਖ ਨਹੀਂ ਨੇ, ਆਮ ਬੱਚੇ ਨਹੀਂ ਨੇ। ਮਹਾਪੁਰਖ, ਮਹਾਪੁਰਖ ਤੋਂ ਭਾਵ ਬੜੇ ਸ੍ਰੇਸ਼ਟ ਪੁਰਖ ਹਨ, ਬੜੀ ਅਜ਼ਮਤ ਦੇ ਮਾਲਕ ਹਨ, ਬੜੀਆਂ ਬਖਸ਼ਿਸ਼ਾਂ ਵਾਲੇ ਹਨ। ਮਮ ਸੁਤ ਕੇ ਹੋਵਾ, ਸਾਡੇ ਸੁਪੁੱਤਰ ਭਾਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਉਹ ਪੁਰਖ ਮਹਾਨ ਪੁਰਖ ਪ੍ਰਗਟ ਹੋ ਰਿਹਾ ਹੈ। ਜਿਸ ਕੇ ਜਨਮਤ ਸ਼ੁਭ ਹੀ ਜੋਆ। ਜਿਨ੍ਹਾਂ ਦੇ ਜਨਮ ਤੇ ਹੀ ਇਹ ਕੁਝ ਮਹਿਸੂਸ ਕੀਤਾ ਜਾ ਸਕਦਾ ਹੈ, ਕਿਉਂਕਿ ਆਮ ਜੇ ਅਸੀਂ ਗੱਲ ਕਰਾਂਗੇ ਨਾ ਤੇ ਗੁਰਮੁਖੋ ਜਨਮ ਮਰਨ ਤੇ ਇਸ ਧਰਤੀ ਤੇ ਨਿਰੰਤਰ ਪਿਆ ਚੱਲਦਾ ਹੈ। ਹਰ ਸੈਕਿੰਡ ਵਿਗਿਆਨ ਕਹਿੰਦਾ ਹਰ ਸੈਕਿੰਡ ਕੋਈ ਮਰ ਰਿਹਾ, ਕੋਈ ਜੰਮ ਰਿਹਾ। ਪਰੰਤੂ ਕਦੇ ਕਦੇ ਇਸ ਬ੍ਰਹਿਮੰਡ ਵਿੱਚ ਐਸੇ ਲੱਛਣ, ਐਸਾ ਕੁਝ ਵੇਖਣ ਨੂੰ ਮਿਲਦਾ ਹੈ ਜਦੋਂ ਕੋਈ ਮਹਾਨ ਤਪਸਵੀ ਪੁਰਖ, ਮਹਾਨ ਗੁਰੂ ਪੁਰਖ, ਕੋਈ ਵੱਡੀ ਕਰਨੀ ਵਾਲਾ, ਕੋਈ ਪਰਉਪਕਾਰੀ ਪੁਰਖ ਇਸ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ। ਭਾਈ ਸਾਹਿਬ ਜੀ ਨੇ ਵਿਸ਼ੇਸ਼ ਜ਼ਿਕਰ ਕੀਤਾ ਆਪਣੀ ਰਚਨਾ ਵਿੱਚ। ਉਹਨਾਂ ਦੇ ਆਉਣ ਤੇ ਮਾਨੋ ਕੁਦਰਤ ਵੀ ਤਿਆਰੀ ਕਰਕੇ ਇਸ ਘਰ ਨੂੰ ਸਜਾ ਦਿੰਦੀ ਹੈ, ਕਿਉਂਕਿ ਉਹ ਕੋਈ ਆਮ ਮਨੁੱਖ ਨਹੀਂ ਆਉਂਦੇ। ਇਸ ਲਈ ਇਹ ਸ਼ੁਭ ਲੱਛਣ ਜਿਹੜੇ ਹਨ ਉਸ ਸਮੇਂ ਤੇ ਦਿਸੇ ਹਨ, ਪ੍ਰਗਟ ਹੋਏ ਹਨ। ਪਤ ਕੇ ਬਾਕ ਵਿਚਾਰਨ ਕਰਤੀ। ਫਿਰ ਉਸੇ ਵਕਤ ਹੀ ਨਾ ਸਤਿਕਾਰਯੋਗ ਮਾਤਾ ਨਾਨਕੀ ਜੀ ਜਿਹੜੇ ਹਨ, ਉਹਨਾਂ ਨੇ ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਉਹਨਾਂ ਬੋਲਾਂ ਨੂੰ ਸਿਮਰਿਆ ਹੈ, ਯਾਦ ਕੀਤਾ ਹੈ, ਜੋ ਆਪਣੀ ਹਸਤੀ ਦੇ ਵਿੱਚ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਤਾਂ ਕਹੀਆਂ ਸਨ। ਕੁਲ ਦੀਪਕ ਉਪਜੈ ਮੁਦ ਧਰਤੀ। ਤੇ ਫਿਰ ਮਾਨੀ ਮਨ ਵਿੱਚ ਵਿਚਾਰ ਕੇ ਆਨੰਦਿਤ ਵੀ ਹਨ ਵੀ ਇਹ ਸਾਡੇ ਕੁਲ ਦੇ ਦੀਪਕ, ਸਾਡੀ ਕੁਲ ਨੂੰ ਚਮਕਾਉਣ ਵਾਲੇ, ਸੋਢੀ ਕੁਲ ਦੇ ਜਿਹੜੇ ਭੂਖਨ ਹਨ, ਇਹ ਪ੍ਰਗਟ ਹੋਏ ਹਨ। ਸ਼੍ਰੀ ਨਾਨਕ ਕੋ ਉਜਲ ਨਾਮੋ। ਕਿਉਂਕਿ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਉਹ ਸਿਰਮੌਰ ਨਾਮ ਹੈ। ਗੁਰੂ ਨਾਨਕ ਸਾਹਿਬ ਜੀਆਂ ਤੋਂ ਅੱਗੇ ਜਾਂ ਗੁਰੂ ਨਾਨਕ ਸਾਹਿਬ ਜੀਆਂ ਤੋਂ ਵੱਡਾ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ। ਪਵਿੱਤਰ ਬਾਣੀ ਵਿੱਚ ਵੀ ਮਹਾਰਾਜ ਜੀ ਨੇ ਲਿਖ ਦਿੱਤਾ, ਸਭ ਤੇ ਵੱਡਾ ਸਤਿਗੁਰੂ ਨਾਨਕ। ਗੁਰੂ ਨਾਨਕ ਸਾਹਿਬ ਜੀਆਂ ਦਾ ਜਿੱਥੇ ਨਾਮ ਆਉਂਦਾ ਹੈ ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋ ਗਿਆ, ਉਹ ਥਾਂ ਵੀ ਪਵਿੱਤਰ ਹੈ, ਉਹ ਕੁਲ ਵੀ ਸ੍ਰੇਸ਼ਟ ਹੈ ਤੇ ਉਹ ਨਾਮ ਵੀ ਮਹਾਨ ਹੈ। ਬਹੁਤ ਵੱਡਾ ਰੁਤਬਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਨਾਮ ਦਾ ਜੀ। ਕਰੈ ਜਗਤ ਸਭ ਮੈਂ ਅਬਰਾਮੂ। ਸਾਰੇ ਜਗਤ ਦੇ ਅੰਦਰ ਹੀ, ਸਾਰਿਆਂ ਜੀਵਾਂ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਆਪਣੀ ਬਖਸ਼ਿਸ਼ ਵਰਤਦੀ ਹੈ। ਇਮ ਪ੍ਰਸ਼ਨ ਹੋਏ ਪਾਖਿਓ ਮੋਹੀ। ਤੇ ਇਹੀ ਬਾਤ ਵਿਚਾਰ ਕਰਕੇ ਉਸ ਵਕਤ ਅਸੀਂ ਆਪਣੇ ਪਤੀ ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲੇ ਵਾਰਤਾਲਾਪੇ ਬੋਲ ਸਾਂਝੇ ਕੀਤੇ ਸਨ। ਆਪਸੀ ਵਿਚਾਰ ਹੋਈ ਸੀ। ਸਾਚ ਬਚਨ ਨਿਸ਼ਚੈ ਤਿਨ ਹੋਈ। ਅੱਜ ਉਹ ਘੜੀ ਆ ਗਈ ਹੈ, ਅੱਜ ਉਹ ਸਮਾਂ ਆ ਗਿਆ, ਕਿਉਂਕਿ ਜੇ ਇੱਕ ਸਮਾਂ ਸੀ ਜਿਸ ਵਕਤ ਮਾਤ ਨਾਨਕੀ ਜੀ ਨੇ ਚਿੰਤਤ ਹੋ ਕਰਕੇ ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਪੁੱਛਿਆ ਸੀ ਕਿ ਦਾਤਾ ਜੀ
ਆਪ ਜੀ ਦੇ ਗ੍ਰਹਿ ਵਿਖੇ 5 ਪੁੱਤਰ ਹਨ। ਸਤਿਗੁਰਾਂ ਦੇ 5 ਸੁਪੁੱਤਰ ਸਨ, ਜਿਨ੍ਹਾਂ ਦਾ ਜ਼ਿਕਰ ਸਾਨੂੰ ਇਤਿਹਾਸ ਵਿੱਚ ਮਿਲਦਾ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਅਟਲ ਰਾਏ ਜੀ ਸਭ ਤੋਂ ਛੋਟੇ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇੱਕ ਸੁਪੁੱਤਰੀ ਸੀ, ਬੀਬੀ ਵੀਰੋ ਜੀ, ਜਿਹਦਾ ਇਤਿਹਾਸ ਵਿੱਚ ਨਾਮ ਹੈ। ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ, ਸਾਰੇ ਪਰਿਵਾਰ ਨੂੰ ਬਖਸ਼ਿਸ਼ਾਂ ਦਿੱਤੀਆਂ, ਸਾਰੇ ਪਰਿਵਾਰ ਦੇ ਉੱਪਰ ਕਿਰਪਾ ਮਿਹਰਾਮਤ ਕੀਤੀ, ਅਸੀਸਾਂ ਦਿੱਤੀਆਂ, ਸੇਵਾ ਦੇ ਦਿੱਤੀ। ਮਾਤ ਨਾਨਕੀ ਜੀ ਪਾਸ ਆਏ, ਕਹਿਣ ਲੱਗੇ ਸਵਾਮੀ ਗੁਰਦੇਵ, ਸਾਡੇ ਪੁੱਤਰ ਤਾਂ ਬੜੇ ਗੰਭੀਰ ਹਨ, ਬੜੇ ਸ਼ਾਂਤ ਚਿੱਤ ਹਨ, ਬੜੇ ਸਹਿਜ ਵਿੱਚ ਟਿਕੇ ਹਨ। ਉਹਨਾਂ ਨੂੰ ਤਾਂ ਅੰਦਰ ਕਿਸੇ ਗੱਲ ਦੀ ਕੋਈ ਲਾਲਸਾ ਨਹੀਂ, ਕੋਈ ਰਾਜ ਪਾਕ, ਕੋਈ ਤਖਤ ਵਡਿਆਈ ਕੁਝ ਨਹੀਂ ਚਾਹੀਦਾ। ਆਪ ਜੀ ਉਹਨਾਂ ਤੇ ਵੀ ਕਿਰਪਾ ਕਰੋਗੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਹਜ਼ੂਰੀ ਵਿੱਚ ਬੁਲਾਇਆ। ਗੁਰੂ ਤੇਗ ਬਹਾਦਰ ਮਹਾਰਾਜ ਉਸ ਵਕਤ ਬਾਲਪਣੇ ਛੋਟੀ ਉਮਰ ਦੇ ਵਿੱਚ ਸਨ। ਹਜ਼ੂਰੀ ਵਿੱਚ ਆਏ, ਗੋਦ ਵਿੱਚ ਬੈਠੇ ਬੜੀ ਅਸੀਸ ਦਿੱਤੀ। ਮਹਾਰਾਜ ਜੀ ਨੇ ਪਿਆਰ ਵਿੱਚ ਆ ਕੇ ਮੱਥਾ ਚੁੰਮਿਆ ਤੇ ਨਾਲ ਹੀ ਆਪਣੇ ਪਾਸ ਤੋਂ ਬਖਸ਼ਿਸ਼ ਦਿੱਤੀ। ਕਹਿਣ ਲੱਗੇ ਨਾਨਕੀ ਜੀ, ਇਹ ਬਹੁਤ ਭਾਰੀ ਪੁਰਖ ਹਨ, ਇਹ ਅਜਰ ਜਰਨ ਵਾਲੇ ਹਨ, ਤੁਰੰਤਰ ਬਹੁਤ ਵੱਡੇ ਪੁਰਖ ਹਨ। ਸਮਾਂ ਆਵੇਗਾ, ਆਪ ਜੀਆਂ ਦੇ ਪੁੱਤਰ ਦੇ ਗ੍ਰਹਿ ਵਿਖੇ ਇੱਕ ਪੁੱਤਰ ਹੋਵੇਗਾ ਜਿਹੜਾ ਇਸ ਧਰਤੀ ਤੇ ਬਹਿਣ ਵਾਲੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। ਬਸ ਤੁਸੀਂ ਇਹਨਾਂ ਦਾ ਸਾਥ ਦਿਓ, ਜਿੰਨਾ ਤਪ ਇਹ ਕਮਾਉਣ, ਉਹਦੇ ਵਿੱਚ ਕੋਈ ਵਿਘਨ ਨਾ ਆਉਣ ਦਿਓ। ਸੋ ਇਹ ਬਖਸ਼ਿਸ਼ ਮਿਲੀ। ਅਖੀਰ ਅੱਜ ਉਡੀਕਦਿਆਂ ਹੋਇਆਂ ਮਾਤ ਨਾਨਕੀ ਜੀ ਦਾ ਉਹ ਸਮਾਂ ਸਫਲ ਹੋ ਗਿਆ। ਅੱਜ ਉਹ ਸਮਾਂ ਆਇਆ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣੇ ਨੇ। ਗੁਰੂ ਬਣਨ ਤੋਂ ਉਪਰੰਤ ਪੂਰਬ ਦੇਸ਼ ਦੇ ਪ੍ਰਚਾਰ ਦੌਰੇ ਤੇ ਜਾ ਰਹੇ ਨੇ। ਪਟਨਾ ਸਾਹਿਬ ਦੀ ਧਰਤੀ ਤੇ ਪਰਿਵਾਰ ਨੂੰ ਵਿਸ਼ਰਾਮ ਦਿੱਤਾ ਹੈ। ਇੱਥੇ ਫਿਰ ਇਹ ਰੱਬੀ ਪੁਰਖ, ਇਹ ਮਹਾਨ ਪੁਰਖ, ਇਹ ਮਹਾਂਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਹੋ ਰਹੇ ਨੇ। ਤੇ ਇਹ ਇਕੱਲਾ ਇਸ ਗ੍ਰੰਥ ਦਾ ਹਵਾਲਾ ਨਹੀਂ ਗੁਰਮੁਖੋ। ਜਦੋਂ ਅਸੀਂ ਮਹਾਰਾਜ ਜੀ ਕੀ ਆਪਣੀ ਰਚਨਾ ਪੜ੍ਹਦੇ ਆ ਨਾ, ਵਿਚਿੱਤਰ ਨਾਟਕ, ਉਹਦੇ ਵਿੱਚ ਆਪਣੀ ਸਵੈ ਜੀਵਨੀ ਜਾਂ ਆਪਣਾ ਸਾਰਾ ਉਹ ਇਤਿਹਾਸ ਗੁਰਦੇਵ ਜੀ ਨੇ ਆਪ ਵੀ ਦਰਜ ਕੀਤਾ ਹੈ। ਪਾਵਨ ਪਵਿੱਤਰ ਬੋਲ ਨੇ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤਾਈ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਪਟਨਾ ਸ਼ਹਿਰ ਦੇ ਵਿੱਚ ਸਾਡਾ ਅਵਤਰਨ ਹੋਇਆ, ਸਾਡਾ ਪ੍ਰਕਾਸ਼ ਹੋਇਆ। ਸੋ ਇਹ ਸੁਭਾਗਾ ਸਮਾਂ ਆ ਬਣਿਆ। ਮਾਤ ਜੀ ਨੇ ਪਹਿਲਾਂ ਹੀ ਮਹਿਸੂਸ ਕਰ ਲਿਆ ਵੀ ਉਹ ਸ਼ੁਭ ਘੜੀ ਆ ਗਈ ਹੈ, ਉਹ ਸ਼ੁਭ ਲਕਸ਼ਣ ਦਿਸ ਰਹੇ ਹਨ। ਜਿਸ ਵਕਤ ਸਾਡੇ ਪਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਸੀਸ ਦਿੱਤੀ ਸੀ ਵੀ ਇੱਕ ਭਾਰੀ ਪੁਰਖ ਨੇ ਤੁਹਾਡੇ ਪੁੱਤਰ ਦੇ ਗ੍ਰਹਿ ਵਿਖੇ ਪ੍ਰਗਟ ਹੋਣਾ ਹੈ। ਅਤ ਆਨੰਦ ਕਰਤੀ ਮਨ ਮਾਹੂ। ਤੇ ਮਾਤ ਜੀ ਬਹੁਤ ਆਨੰਦਿਤ ਹੋ ਗਏ ਨੇ। ਇਹ ਤੇ ਸੁਭਾਵਿਕ ਗੱਲ ਹੈ ਨਾ ਗੁਰਮੁਖੋ। ਘਰ ਵਿੱਚ ਐਸਾ ਖੁਸ਼ੀ ਦਾ ਮਾਹੌਲ ਹੋਵੇ, ਮਾਵਾਂ ਦੀ ਤੇ ਵੈਸੇ ਹੀ ਖੁਸ਼ੀ ਨਹੀਂ ਸੰਭਾਲੀ ਜਾਂਦੀ, ਕਿਉਂਕਿ ਜਿਤਨੇ ਵੀ ਬਜ਼ੁਰਗ ਪੁਰਖ ਹੁੰਦੇ ਨੇ ਨਾ, ਮਾਂ, ਦਾਦੀ ਮਾਂ ਜਾਂ ਹੋਰ ਵਡੇਰੇ, ਉਹਨਾਂ ਦੇ ਵਿੱਚ ਤਾਂ ਵੈਸੇ ਹੀ ਬਹੁਤ ਆਨੰਦ ਹੁੰਦਾ ਵੀ ਸਾਡੀ ਕੁੱਲ ਵੱਧ ਰਹੀ ਹੈ। ਸੰਸਾਰਿਕ ਪੱਧਰ ਤੇ ਵੀ ਜੇ ਅਸੀਂ ਗੱਲ ਕਰੀਏ ਨਾ, ਤੇ ਉਹ ਪਹਿਲਾਂ ਹੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੰਦੀਆਂ ਨੇ ਮਾਵਾਂ ਜੋ ਹੁੰਦੀਆਂ ਨੇ। ਤੇ ਅੱਜ ਜਿਸ ਪੁਰਖ ਨੇ ਪ੍ਰਗਟ ਹੋਣਾ, ਤੇ ਸਭ ਤੋਂ ਵੱਡੀ ਗੱਲ ਹੈ, ਜਿਸ ਪੁਰਖ ਨੇ ਪ੍ਰਗਟ ਹੋਣਾ ਤੇ ਉਸ ਪੁਰਖ ਦੇ ਅਵਤਾਰ ਲੈਣ ਦੇ ਲਈ ਇਸ ਮਾਂ ਨੇ ਜਿੰਨੀ ਉਡੀਕ ਕੀਤੀ ਹੈ, ਉਹ ਸਮਾਂ ਵਿਚਾਰ ਕੇ ਵੇਖੋ। ਕੋਈ 20-25 ਵਰਿਆਂ ਤੋਂ ਵੱਧ ਸਮਾਂ ਨਿਕਲੇਗਾ ਇਤਿਹਾਸ ਵਿੱਚ। ਮਾਂ ਇੰਨਾ ਸਬਰ ਰੱਖ ਕੇ ਬੈਠੀ ਰਹੀ ਹੈ ਕਿ ਜੋ ਸਾਡੇ ਪਤੀ ਗੁਰੂਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਨੇ, ਇੱਕ ਦਿਨ ਆਉਣਾ, 7 ਜ਼ਰੂਰ ਹੋਣੇ ਨੇ। ਤੇ ਉਹਨੇ ਉਹ ਸਾਰਾ ਸਮਾਂ ਬੜੇ ਸਬਰ ਸੰਤੋਖ ਨਾਲ ਕੱਢਿਆ। ਅੱਜ ਉਹ ਘੜੀ ਆਈ ਹੈ, ਪਤਾ ਲੱਗਾ ਕਿ ਘਰ ਦੇ ਅੰਦਰ ਪੁੱਤਰ ਦੀ ਆਮਦ ਹੋ ਰਹੀ ਹੈ। ਤੇ ਭਾਈ ਸਾਹਿਬ ਜੀ ਲਿਖਦੇ ਨੇ, ਅਤ ਆਨੰਦ ਕਰਤੀ ਮਨ ਮਾਹੂ। ਅੱਜ ਉਸ ਮਾਂ ਦੇ ਹਿਰਦੇ ਦੇ ਅੰਦਰ ਇਤਨਾ ਆਨੰਦ ਹੈ, ਇਤਨੇ ਪ੍ਰਸੰਨ ਚਿੱਤ ਹਨ ਕਿ ਇਸ ਆਨੰਦ ਨੂੰ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਅਤ ਆਨੰਦ ਦਾ ਮਤਲਬ ਹੈ ਵੀ ਹਿਰਦਾ ਆਨੰਦ ਵਿੱਚ ਅਤੀ ਮਗਨ ਹੋ ਰਿਹਾ ਹੈ। ਸੁਧ ਕੋ ਪਠਣ ਹੇਤ ਸੁਤ ਪਾਹੂ। ਤੇ ਫਿਰ ਜਿਸ ਵਕਤ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋਏ, ਤੇ ਫਿਰ ਸਭ ਤੋਂ ਪਹਿਲਾਂ ਮਾਤ ਨਾਨਕੀ ਜੀ ਨੇ ਹੀ ਇਹ ਹੁਕਮ ਦਿੱਤਾ। ਹੁਕਮ ਕੀ ਦਿੱਤਾ? ਸੁਤ ਕੋ ਪਟਨ ਹੇਤ ਮਨ ਮਾਹੁ। ਕਿਉਂਕਿ ਇਸ ਵਕਤ ਸਾਡਾ ਇਤਿਹਾਸ ਕਹਿੰਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਕਾਮਰੂ ਦੇਸ਼ ਦੀ ਮੁਹਿੰਮ ਤੇ ਰਾਜਾ ਬਿਸ਼ਨ ਸਿੰਘ ਜੀਆਂ ਦੇ ਨਾਲ ਢਾਕੇ ਦੀ ਧਰਤੀ ਤੇ ਬੈਠੇ ਨੇ। ਵੈਸੇ ਉਹ ਸਾਰਾ ਇਤਿਹਾਸ ਅਸੀਂ ਪਿੱਛੇ ਉਧਰ ਦਾ ਜਿਹੜਾ ਇਤਿਹਾਸ ਹੈ ਮਹਾਰਾਜ ਜੀ ਦਾ, ਉਹ ਪਿਛਲੀ ਕੜੀ ਦੇ ਵਿੱਚ ਅਸੀਂ ਸਾਰਾ ਪੜ੍ਹ ਕੇ ਆਏ ਹਾਂ। ਜਿਵੇਂ ਮਹਾਰਾਜ ਜੀ ਨੇ ਕਾਮਰੂ ਦੇਸ਼ ਦੀ ਮੁਹਿੰਮ ਫਤਿਹ ਕੀਤੀ, ਲੇਕਿਨ ਇਤਿਹਾਸ ਇਹ 2 ਕੜੀਆਂ ਬਰਾਬਰ ਚੱਲਦੀਆਂ ਨੇ। ਇੱਥੇ ਸਾਡਾ ਇਤਿਹਾਸ ਕਹਿੰਦਾ ਵੀ ਉਸ ਵਕਤ ਸਤਿਗੁਰੂ ਢਾਕੇ ਦੀ ਧਰਤੀ ਤੇ ਪਹੁੰਚੇ ਨੇ। ਰਾਜਾ ਬਿਸ਼ਨ ਸਿੰਘ ਦੇ ਨਾਲ ਕਾਮਰੂ ਦੇਸ਼ ਦੀ ਮੁਹਿੰਮ ਨੂੰ ਫਤਿਹ ਕਰਨ ਦੇ ਲਈ ਜਾਣਾ।
ਤੇ ਜਿਸ ਵਕਤ ਸਤਿਗੁਰਾਂ ਦੇ ਘਰ ਅੰਦਰ ਇਸ ਲਾਲ ਦੀ ਆਮਦ ਹੋਈ ਹੈ, ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਪ੍ਰਗਟ ਹੋਏ ਨੇ, ਸੋ ਉਸੇ ਵਕਤ ਹੀ ਮਾਤ ਨਾਨਕੀ ਜੀ ਨੇ ਹੁਕਮ ਦਿੱਤਾ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਪਿਤਾ ਜੀ ਨੂੰ ਖਬਰ ਦਿੱਤੀ ਜਾਏ। ਕੋਈ ਐਸਾ ਨਰ, ਕੋਈ ਐਸਾ ਮਨੁੱਖ ਭੇਜੋ, ਉਹਨੂੰ ਇੱਕ ਪੱਤਰਕਾ ਚਿੱਠੀ ਆਦਿਕ ਲਿਖ ਕਰਕੇ ਇਹ ਖਬਰ ਜਿਹੜੀ ਹੈ ਸਾਡੇ ਸੁਪੁੱਤਰ ਲਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਪਹੁੰਚਦਾ ਕਰੋ ਜੀ। ਕਰੀ ਪਤਰਿਕਾ ਤਬੈ ਲਿਖਾਵਨ। ਫਿਰ ਮਾਤ ਨਾਨਕੀ ਜੀ ਨੇ ਆਪ ਅੱਗੇ ਹੋ ਕਰਕੇ ਸੇਵਕ ਨੂੰ ਇਹ ਗੱਲ ਕਹੀ ਤੇ ਨਾਲ ਆਪ ਹੀ ਬਖਸ਼ਿਸ਼ ਕਰਕੇ ਇੱਕ ਪੱਤਰਕਾ, ਇੱਕ ਚਿੱਠੀ ਲਿਖਵਾਈ ਹੈ। ਤੁਮ ਕਰ ਨੰਦਨ ਨਿਪਜਿਓ ਪਾਵਨ। ਬੜੇ ਹੀ ਆਨੰਦਮਈ ਸ਼ਬਦ ਉਸ ਚਿੱਠੀ ਦੇ ਵਿੱਚ ਲਿਖੇ ਗਏ ਹਨ। ਸਤਿਗੁਰਾਂ ਨੂੰ ਸੁਨੇਹਾ ਦੇਣਾ ਹੈ ਤੇ ਸਤਿਗੁਰਾਂ ਦੇ ਮਨ ਅੰਦਰ ਵੀ ਬਹੁਤ ਆਨੰਦ ਹੈ। ਸੋ ਇਸ ਵਿਦ ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ, ਉਸ ਚਿੱਠੀ ਵਿੱਚ ਲਿਖ ਦਿੱਤਾ ਕਿ ਲਾਲ ਤੇਗ ਬਹਾਦਰ ਜੀ ਆਪ ਜੀਆਂ ਦੇ ਗ੍ਰਹਿ ਵਿਖੇ ਇੱਕ ਸੁੰਦਰ ਲਾਲ ਨੇ, ਇੱਕ ਪੁੱਤਰ ਨੇ ਜਨਮ ਲਿਆ ਹੈ। ਭਏ ਸ਼ਗੁਨ ਤੇ ਸਮੈ ਕਨੇਰੇ। ਜਿਸ ਵਕਤ ਲਾਲ ਜੀ ਪ੍ਰਗਟ ਹੋਏ ਹਨ, ਜਿਸ ਵਕਤ ਅਵਤਰਨ ਹੋਇਆ ਹੈ, ਬਹੁਤ ਸ਼ੁਭ ਲਕਸ਼ਣ ਸਾਨੂੰ ਇਸ ਬ੍ਰਹਮੰਡ ਵਿੱਚ ਦੇਖਣ ਨੂੰ ਮਿਲੇ ਹਨ। ਸ਼ੁਭ ਲਕਸ਼ਣ ਤੋਂ ਭਾਵ ਹੈ ਕਿ ਜਿਵੇਂ ਮਾਨੋ ਕੁਦਰਤ ਨੇ ਹੀ ਉਹਨਾਂ ਦੇ ਆਉਣ ਦੇ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ ਜੀ। ਜੋ ਪ੍ਰਮੋਦਾ ਅਹਿ ਬਡੇਰੇ। ਜੋ ਕਿ ਕਹਿਣ ਕਥਨ ਵਿੱਚ ਬਹੁਤ ਭਾਰੀ ਗੱਲ ਹੈ। ਜੇ ਅਸੀਂ ਕਵਾਂਗੇ ਨਾ ਵੀ ਉਹ ਸਾਰਾ ਬਿਆਨ ਕਰੋ, ਤੇ ਪਹਿਲੀ ਗੱਲ ਹੈ ਜੇ ਤੇ ਕੋਈ ਗੁਰਮੁਖ ਹੈ ਉਹ ਤੇ ਪ੍ਰਵਾਨ ਕਰ ਲਏਗਾ ਵੀ ਇਹ ਕੁਝ ਹੋਇਆ, ਤੇ ਜੇ ਕੋਈ ਸਾਡੇ ਵਰਗਾ ਤਾਰਕਿਕ ਬੁੱਧੀ ਵਾਲਾ ਤੇ ਉਹ ਕਹੇਗਾ ਜੀ ਸਿੱਧ ਕਰਕੇ ਦੱਸੋ। ਹੁਣ ਇਹ ਕੰਮ ਬਹੁਤ ਔਖਾ ਗੁਰਮੁਖੋ, ਸਿੱਧ ਕਰੋ ਜੀ, ਕਿੱਦਾਂ ਕਰੋ। ਹੁਣ ਸਿੱਧ ਤੇ ਜਾਂ ਤੇ ਕੋਈ ਧਾਰਮਿਕ ਬਿਰਤੀ ਵਾਲਾ, ਨਾਮ ਬਾਣੀ ਵਾਲਾ ਹੀ ਦੱਸ ਸਕਦਾ ਵੀ ਇਹ ਸਭ ਕੁਝ ਹੁੰਦਾ। ਜੇ ਕੋਈ ਤਾਰਕਿਕ ਕਹੇਗਾ ਤੇ ਉਹਦੇ ਲਈ ਤੇ ਕੁਝ ਵੀ ਨਹੀਂ, ਉਹਦੇ ਲਈ ਤਾਂ ਪ੍ਰੈਕਟੀਕਲ ਹੈ, ਵਿਗਿਆਨ ਹੈ। ਵਿਗਿਆਨ ਦੇ ਪੱਧਰ ਤੇ ਗੁਰੂ ਦੀ ਬਾਣੀ ਨੂੰ ਸਿੱਧ ਕਰਨਾ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ ਗੁਰਮੁਖੋ। ਸੋ ਇਸ ਵਿੱਚ ਜੋ ਬਖਸ਼ਿਸ਼ ਹੋਈ ਹੈ ਉਹ ਤੇ ਕੇਵਲ ਉਹੀ ਜਾਣਦੇ ਹਨ ਜਿਨ੍ਹਾਂ ਨੇ ਉਸ ਆਨੰਦ ਨੂੰ ਮਾਣਿਆ ਹੈ। ਕਿਰਪਾ ਕੀਨ ਸ੍ਰੀ ਨਾਨਕ ਮਹਾ। ਹਾਂ, ਇਹ ਬਖਸ਼ਿਸ਼ ਜ਼ਰੂਰ ਹੋਈ ਹੈ। ਚਿੱਠੀ ਵਿੱਚ ਲਿਖ ਦਿੱਤਾ ਲਾਲ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਤਾ ਜੀ ਨਾ ਪਿਆਰ ਵਿੱਚ ਉਹੀ ਬੁਲਾਇਆ ਕਰਦੇ ਸਨ ਜੋ ਮਾਂ ਜੀ ਦਾ ਪਿਆਰ ਹੈ ਮਾਤਾ ਨਾਨਕੀ ਜੀ ਦਾ। ਭਾਵੇਂ ਕਿ ਉਹ ਗੁਰਤਾ ਗੱਦੀ ਤੇ ਬੈਠ ਗਿਆ, ਬਹੁਤ ਵੱਡੀ ਆਰਬਲਾ ਵੀ ਹੋ ਗਈ, ਲੇਕਿਨ ਇਤਿਹਾਸ ਵਿੱਚ ਆਉਂਦਾ ਜਦੋਂ ਵੀ ਬੁਲਾਉਂਦੇ ਸਨ ਕਹਿੰਦੇ ਸਨ ਲਾਲ ਜੀ। ਸੋ ਜਿੱਥੇ ਵੀ ਕੋਈ ਜੇ ਲਿਖਤੀ ਵੀ ਭੇਜਦੇ ਨੇ ਤੇ ਉਹਦੇ ਵਿੱਚ ਵੀ ਇਹ ਬਖਸ਼ਿਸ਼ਾਂ ਸਾਨੂੰ ਮਿਲਦੀਆਂ ਨੇ। ਉਹਦੇ ਵਿੱਚ ਲਿਖ ਦਿੱਤਾ ਕਿ ਲਾਲ ਜੀ ਸਾਡੇ ਘਰ ਅੰਦਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਅਥਾਹ ਕਿਰਪਾ ਵਰਤੀ ਹੈ, ਅਥਾਹ ਬਖਸ਼ਿਸ਼ ਹੋਈ ਹੈ। ਗੁਰੂ ਨਾਨਕ ਸਾਹਿਬ ਤਰੁੱਠੇ ਹਨ ਤੇ ਗੁਰੂ ਨਾਨਕ ਦੇ ਤਰੁੱਠਿਆਂ ਹੀ ਗੁਰਮੁਖੋਂ ਦਾਤਾਂ ਮਿਲਦੀਆਂ ਹਨ। ਘਰ ਵਿੱਚ ਪੁੱਤਰ ਦੀ ਆਮਦ ਹੋਣੀ, ਆਪ ਜੇ ਕਿਤੇ ਭਾਵਨਾ ਬਣੇ ਨਾ ਗੁਰਮੁਖੋਂ, ਮੈਂ ਬੇਨਤੀ ਕਰਾਂਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਪ੍ਰਕਾਸ਼ ਦੀ ਸਾਖੀ ਪੜ੍ਹ ਕੇ ਵੇਖਿਓ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ਼ੁਕਰ ਵਿੱਚ ਆ ਕੇ ਮਾਲਕ ਦਾ ਸ਼ੁਕਰਾਨਾ ਕੀਤਾ ਤੇ ਉਹ ਜਿਹੜਾ ਸ਼ਬਦ ਬਾਣੀ ਵਿੱਚ ਉਚਾਰਨ ਕੀਤਾ ਨਾ ਉਹਦੇ ਵਿੱਚ ਬਕਾਇਦਾ ਲਿਖ ਦਿੱਤਾ ਗਿਆ ਕਿ ਐਵੇਂ ਨਹੀਂ ਸਾਡੇ ਘਰ ਵਿੱਚ ਲਾਲ ਦੀ ਆਮਦ ਹੋਈ, ਇਹ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਰੁੱਠ ਕੇ ਕਿਰਪਾ ਕੀਤੀ। ਉਹ ਸ਼ਬਦ ਹੈ ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਏ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਲਿਖਿਆ ਸਭ ਮੈਂ ਪ੍ਰਗਟਿਆ ਤੁਰਕਾ। ਇਦਾਂ ਨਾ ਉਹ ਸ਼ਬਦ ਦੀ ਜਿੱਥੇ ਸਮਾਪਤੀ ਕੀਤੀ ਮਹਾਰਾਜ ਜੀ ਨੇ ਉੱਥੇ ਸ਼ਬਦ ਪਾ ਦਿੱਤਾ, ਕਹਿਣ ਲੱਗੇ ਗੁਰੂ ਨਾਨਕ ਤੁਠਾ ਕੀਨੀ ਦਾਤ। ਸ਼ਬਦ ਲਿਖਿਆ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਭਾਵੇਂ ਸਾਡੇ ਘਰ ਵਿੱਚ ਪੁੱਤਰ ਪੈਦਾ ਹੋਇਆ, ਲਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਪੈਦਾ ਹੋਏ ਸਨ, ਲੇਕਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ, ਇਹ ਦਾਤ ਉਹਨਾਂ ਦੇ ਘਰੋਂ ਹੀ ਮਿਲ ਸਕਦੀ ਹੈ, ਆਮ ਕਿਤੋਂ ਨਹੀਂ ਮਿਲਦੀ ਜੀ। ਇੱਥੇ ਵੀ ਬਚਨ ਲਿਖ ਦਿੱਤੇ ਕਿਰਪਾ ਕੀਨ ਸ੍ਰੀ ਨਾਨਕ ਮਹਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਡੇ ਗ੍ਰਹਿ ਵਿਖੇ ਕਿਰਪਾ ਕੀਤੀ ਹੈ। ਆਪ ਜੀ ਦੇ ਘਰ ਅੰਦਰ ਇੱਕ ਲਾਲ ਦੀ ਪੈਦਾਇਸ਼ ਹੋਈ ਹੈ ਜੀ। ਭਈ ਕਾਮਨਾ ਪੂਰਨ ਹਾਂ। ਤੇ ਜਿਹੜੀ ਅਰਸ਼ਾਂ ਤੋਂ ਅਸੀਂ ਕਾਮਨਾ ਲੈ ਕਰਕੇ ਬੈਠੇ ਸਾਂ, ਵਾਰ-ਵਾਰ ਜਿਹਨ ਅੰਦਰ ਖਿਆਲ ਆਉਂਦਾ ਸੀ ਵੀ ਕਦੋਂ ਵੇਲਾ ਆਵੇਗਾ, ਕਦੋਂ ਸਤਿਗੁਰਾਂ ਦੇ ਕਹੇ ਹੋਏ ਬੋਲ ਸੱਤ ਹੋਣਗੇ। ਅੱਜ ਉਹ ਸਮਾਂ ਆ ਗਿਆ। ਸਾਡੀ ਕਾਮਨਾ ਸਤਿਗੁਰਾਂ ਨੇ ਬਖਸ਼ਿਸ਼ ਕਰਕੇ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਪੂਰਨ ਕਰ ਦਿੱਤੀ ਹੈ ਜੀ। ਅਬ ਸੁੰਦਰ ਲਾਗੇ ਨਿਜ ਭਵਨ। ਹੁਣ ਆਪ ਜੀਆਂ ਦੇ ਇਸ ਗ੍ਰਹਿ ਦੀ ਸ਼ੋਭਾ, ਜਾਂ ਉਹ ਕਹਿ ਲਈਏ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘਰ ਦੀ ਜਿਹੜੀ ਵਡਿਆਈ ਹੈ ਬਹੁਤ ਸੋਹਣੀ ਲੱਗ ਰਹੀ ਹੈ। ਤੇ ਸੁਭਾਵਕ ਹੈ, ਮਾਵਾਂ ਨੂੰ ਤੇ ਘਰ ਉਦੋਂ ਹੀ ਸੋਹਣੇ ਲੱਗਦੇ ਨੇ ਜਦੋਂ ਲਾਲ ਖੇਡਦੇ ਹੋਣ।
ਸੋ ਹੁਣ ਇਹ ਜਿਹੜਾ ਘਰ ਹੈ ਨੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਕੁੱਖ ਤੋਂ ਲਾਲ ਗੋਬਿੰਦ ਰਾਏ ਜੀ ਪ੍ਰਗਟ ਹੋਏ ਨੇ, ਇਹ ਘਰ ਦੀ ਸ਼ੋਭਾ ਵੱਧ ਗਈ ਹੈ, ਬਹੁਤ ਸੋਹਣਾ ਲੱਗ ਰਿਹਾ ਹੈ। ਇਤਕੋ ਕਰੂ ਆਪ ਆਗਵਨੂ। ਹੁਣ ਲਾਲ ਜੀ ਆਪ ਕਿਰਪਾ ਕਰੋ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਚਿੱਠੀ ਲਿਖ ਰਹੇ ਸਨ। ਜੋ ਚਿੱਠੀ ਭੇਜੀ ਹੈ ਨਾ ਉਹਦੇ ਵਿੱਚ ਇਹ ਸ਼ਬਦ ਲਿਖਿਆ ਨਾ ਕਿ ਇਸ ਖੁਸ਼ੀ ਦੇ ਸਮੇਂ ਤੇ ਹੁਣ ਜਿੱਥੇ ਵੀ ਆਪ ਵਿਚਰ ਰਹੇ ਹੋ, ਆਪ ਕਿਰਪਾ ਕਰੋ ਇੱਥੇ ਇੱਕ ਵਾਰ ਵਾਪਸ ਆਪਣੇ ਗ੍ਰਹਿ ਵਿਖੇ ਪਟਨੇ ਦੀ ਧਰਤੀ ਤੇ ਹਾਜ਼ਰ ਹੋਵੋ ਜੀ। ਇਮ ਲਿਖ ਕਰ ਤਤਕਾਲ ਪਠਾਵਾ। ਇਸ ਵਿਦ ਮਾਤਾ ਜੀਆਂ ਨੇ ਪੱਤਰਕਾ ਲਿਖਵਾਈ। ਮਾਮਾ ਕਿਰਪਾਲ ਚੰਦ ਜੀ ਵੀ ਨਾਲ ਸਨ। ਲਿਖ ਕੇ ਤੇ ਆਪਣਾ ਇੱਕ ਸੇਵਕ ਅਹਿਲਕਾਰ ਸਤਿਗੁਰਾਂ ਵੱਲ ਭੇਜ ਦਿੱਤਾ ਗਿਆ ਹੈ। ਪਹੁੰਚੋ ਬਿਨ ਬਿਲੰਬ ਤਿਸ ਗਾਵਾ। ਤੇ ਉਹ ਜਿਹੜਾ ਅਹਿਲਕਾਰ ਭੇਜਿਆ ਹੈ ਉਹ ਵੀ ਬਿਨਾਂ ਦੇਰੀ ਤੋਂ ਬਹੁਤਾ ਸਮਾਂ ਨਾ ਲਾਉਂਦਿਆਂ ਹੋਇਆਂ ਉਸ ਪਵਿੱਤਰ ਸਥਾਨ ਤੇ ਪਹੁੰਚ ਗਿਆ ਜਿਸ ਸਥਾਨ ਤੇ ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਹਨ। ਉੱਤੇ ਜਹਾਂ ਸ੍ਰੀ ਤੇਗ ਬਹਾਦਰ। ਜਿਸ ਸਥਾਨ ਤੇ ਸਤਿਗੁਰੂ ਜੀ ਬਿਰਾਜਮਾਨ ਸਨ ਤੇ ਇਤਿਹਾਸ ਕਹਿੰਦਾ ਢਾਕੇ ਦੀ ਧਰਤੀ ਹੈ ਗੁਰਮੁਖੋ, ਉਹ ਜਿਸ ਸਥਾਨ ਤੇ ਗੁਰਦੇਵ ਉਸ ਵਕਤ ਬਿਰਾਜਮਾਨ ਨੇ। ਸੋ ਜਿਸ ਥਾਂ ਤੇ ਸਤਿਗੁਰੂ ਬਿਰਾਜਮਾਨ ਹਨ ਉਸ ਸਥਾਨ ਤੇ ਉਹ ਸੇਵਕ ਪਹੁੰਚਦਾ ਹੈ ਜੀ। ਪੂਰਨ ਗਇਓ ਪਹੁੰਚ ਬਹਾਦਰ। ਸੇਵਕ ਵੀ ਖੁਸ਼ੀ ਦੀ ਖਬਰ ਲੈ ਕਰਕੇ, ਆਨੰਦ ਦੀ ਖਬਰ ਲੈ ਕਰਕੇ ਮਹਾਰਾਜ ਜੀ ਕੇ ਪਾਸ ਹਜ਼ੂਰੀ ਵਿੱਚ ਪਹੁੰਚਦਾ ਹੈ ਜੀ। ਬਹੁ ਉਤਸਵ ਸਗਰੇ ਦਲ ਪਇਓ। ਤੇ ਜਿਸ ਵਕਤ ਜਾ ਕਰਕੇ ਉਹ ਸੇਵਕ ਨੇ ਮਹਾਰਾਜ ਜੀਆਂ ਦੇ ਸਨਮੁਖੇ ਪੱਤਰਕਾ ਰੱਖੀ ਤੇ ਆਪਣੇ ਮੁਖ ਤੋਂ ਬਚਨ ਕਹੇ ਕਿ ਸਤਿਗੁਰੂ ਗੁਰੂ ਗਰੀਬ ਨਿਵਾਜ ਜੀ, ਇੱਕ ਖੁਸ਼ੀ ਦੀ ਖਬਰ ਹੈ, ਆਪ ਜੀ ਦੇ ਗ੍ਰਹਿ ਵਿਖੇ ਇੱਕ ਲਾਲ ਪ੍ਰਗਟ ਹੋਇਆ ਹੈ। ਸੱਚੇ ਹੈ ਗੁਰਮੁਖੋ। ਭਾਈ ਸਾਹਿਬ ਜੀ ਨੇ ਸ਼ਬਦ ਵਰਤਿਆ ਉਤਸਵ ਸਗਰੇ ਦਲ ਮੈਂ ਪਇਓ। ਹੁਣ ਉਸ ਵਕਤ ਨਾ ਸਾਡਾ ਇਤਿਹਾਸ ਕਹਿੰਦਾ ਵੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਰਾਜਾ ਬਿਸ਼ਨ ਸਿੰਘ ਜੀਆਂ ਦੇ ਨਾਲ ਕਾਮਰੂ ਦੇਸ਼ ਦੀ ਮੁਹਿੰਮ ਫਤਿਹ ਕਰਨ ਜਾ ਰਹੇ ਸਨ ਤੇ ਕੋਈ 10,000 ਤੋਂ ਵੱਧ ਫੌਜ ਜਿਹੜੀ ਹੈ ਰਾਜਾ ਬਿਸ਼ਨ ਸਿੰਘ ਆਪਣੇ ਨਾਲ ਜੈਪੁਰ ਨਾਥ ਹੋਇਆ, ਜੈਪੁਰ ਦਾ ਰਾਜਾ, ਤੇ ਹੋਰ ਬਹੁਤ ਵੱਡੀ ਤੁਰਕ ਫੌਜ ਹੈ ਜਿਹੜੀ ਉਹ ਦਿੱਲੀ ਤੋਂ ਉਹ ਲੈ ਕਰਕੇ ਕਾਮਰੂ ਬੰਗਾਲ ਦੇਸ਼ ਦੀ ਮੁਹਿੰਮ ਨੂੰ ਫਤਿਹ ਕਰਨ ਜਾ ਰਿਹਾ ਸੀ। ਜਿਸ ਵਕਤ ਖਬਰ ਮਿਲੀ, ਇਉਂ ਸਮਝ ਲਓ ਵੀ ਸਾਰੇ ਦੀ ਸਾਰੀ ਫੌਜਦਾਰ ਸਤਿਗੁਰੂ ਜੀ ਦੇ ਨਾਲ ਰਾਜਾ ਬਿਸ਼ਨ ਸਿੰਘ ਸਾਰੇ ਹੀ ਝੂਮ ਉੱਠੇ। ਸਾਰਿਆਂ ਨੂੰ ਇਤਨੀ ਖੁਸ਼ੀ ਹੋਈ ਕਿ ਜਿਵੇਂ ਕੋਈ ਬਹੁਤ ਭਾਰੀ ਗੁਰਪੁਰਬ ਵੱਡਾ ਉਤਸਵ ਹੁੰਦਾ ਹੈ। ਬਿਸ਼ਨ ਸਿੰਘ ਰਾਜੇ ਮੁਦਕਿਓ। ਤੇ ਰਾਜਾ ਬਿਸ਼ਨ ਸਿੰਘ ਆਪ ਵੀ ਅਤਿਅੰਤ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ। ਇਉਂ ਕਹਿ ਲਈਏ ਵੀ ਉਹਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਜੀ। ਤੇ ਸਿੱਖ ਕੋ ਗੁਰ ਬਖਸ਼ਿਸ਼ ਦੀਨ। ਤੇ ਫਿਰ ਸਤਿਗੁਰੂ ਜੀ ਉਸ ਸਥਾਨ ਤੇ, ਕਿਉਂਕਿ ਸਤਿਗੁਰੂ ਜੀ ਦਾ ਤਾਂ ਸੁਭਾਅ ਹੈ ਨਾ, ਬਹੁਤ ਵੱਡੀ ਖੁਸ਼ੀ ਵੀ ਮਿਲਦੀ ਤਾਂ ਵੀ ਸ਼ਾਂਤ ਚਿੱਤ ਉਸੇ ਆਨੰਦ ਵਿੱਚ ਟਿਕੇ ਰਹਿੰਦੇ ਹਨ। ਸਤਿਗੁਰਾਂ ਨੇ ਫਿਰ ਉੱਥੇ ਬਖਸ਼ਿਸ਼ਾਂ ਦਿੱਤੀਆਂ। ਜੋ ਜੋ ਵੀ ਵਧਾਈ ਦੇਣ ਦੇ ਲਈ ਆਇਆ, ਜਿਸ ਨੇ ਅੱਗੇ ਆ ਕਰਕੇ ਮਹਾਰਾਜ ਜੀਆਂ ਨੂੰ ਇਸ ਪ੍ਰਗਟ ਗੁਰੂ ਲਾਲ ਗੋਬਿੰਦ ਰਾਏ ਜੀ ਦੇ ਪ੍ਰਗਟ ਹੋਣ ਦੀ ਵਧਾਈ ਦਿੱਤੀ, ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਅਸੀਸਾਂ ਦਿੱਤੀਆਂ, ਇਨਾਮ ਦਿੱਤੇ, ਬਖਸ਼ਿਸ਼ਾਂ ਦਿੱਤੀਆਂ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਇਸ ਵਿਦ ਪ੍ਰਸੰਨ ਹੋਏ ਹਨ। ਲੋਕ ਪਰਲੋਕ ਸੁਖੀ ਬਹੁ ਕੀਨ। ਇਤਨੀਆਂ ਵੱਡੀਆਂ ਅਸੀਸਾਂ ਉਸ ਵਕਤ ਮਹਾਰਾਜ ਨੇ ਤਰੁੱਠ ਕੇ ਦਿੱਤੀਆਂ ਕਿ ਜਿਤਨੀ ਸੰਗਤ ਸੀ, ਜਿਤਨੇ ਵੀ ਸ਼ਰਧਾਵਾਨ ਸਿੱਖ ਮਹਾਰਾਜ ਜੀ ਕੀ ਹਾਜ਼ਰੀ ਵਿੱਚ ਆਏ, ਤਰੁੱਟ ਕੇ ਗੁਰਦੇਵ ਜੀ ਨੇ ਲੋਕ ਪਰਲੋਕ ਦੇ ਸੁੱਖ ਬਖਸ਼ ਦਿੱਤੇ। ਕਿਉਂਕਿ ਗੁਰਮੁਖੋ ਖੁਸ਼ੀ ਹੈ ਨਾ, ਮੌਜ ਹੁੰਦੀ ਹੈ। ਕਦੇ ਕਦੇ ਇਸ ਮਨ ਦਾ ਭਾਵ ਹੀ ਐਸਾ ਹੁੰਦਾ। ਸੰਸਾਰਿਕ ਪੱਧਰ ਤੇ ਵੀ ਜੇ ਅਸੀਂ ਗੱਲ ਕਰਾਂਗੇ ਨਾ, ਤੇ ਜਦੋਂ ਕਿਤੇ ਮਨ ਖੁਸ਼ੀ ਵਿੱਚ ਹੁੰਦਾ ਉਦੋਂ ਕੋਈ ਪਰਵਾਹ ਨਹੀਂ ਕਰਦਾ, ਕਹਿੰਦਾ ਖਰਚ ਦਿਓ ਜੋ ਕੁਝ ਹੈ, ਲੁਟਾ ਦਿਓ ਜੋ ਕੁਝ ਹੈ ਉਦੋਂ। ਤੇ ਇਸੇ ਤਰ੍ਹਾਂ ਹੀ ਗੁਰਮੁਖਾਂ ਦੇ ਧਨ ਹੈ, ਨਾਮ ਦਾ ਧਨ ਹੈ, ਗੁਰੂਆਂ ਦੀ ਬਾਣੀ ਦੀ ਬਖਸ਼ਿਸ਼ ਹੈ, ਗੁਰੂਆਂ ਦੇ ਖਜ਼ਾਨੇ ਨੇ। ਜਦੋਂ ਕਿਤੇ ਤਰੁੱਠ ਪੈਂਦੇ ਨੇ ਨਾ, ਫਿਰ ਉਹ ਨਹੀਂ ਵੇਖਦੇ ਵੀ ਕਿਹਨੂੰ ਉਧਾਰ ਕਰਨਾ, ਲੋਕ ਪਰਲੋਕ ਹੀ ਉਧਾਰ ਦਿੰਦੇ ਨੇ ਸਿੱਖਾਂ ਦੇ। ਸੋ ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਆਪਣੇ ਸਿੱਖਾਂ ਨੂੰ ਇਹ ਬੇਅੰਤ ਬਖਸ਼ਿਸ਼ਾਂ ਦਿੱਤੀਆਂ ਹਨ। ਪੁਨੋ ਪ੍ਰਤਿਕਿਆ ਆਪ ਲਿਖਾਈ। ਫਿਰ ਮਹਾਰਾਜ ਜੀ ਨੇ ਆਪ ਉੱਥੇ ਉਸ ਅਹਿਲਕਾਰ ਨੂੰ, ਸੇਵਕ ਨੂੰ ਪਾਸ ਬਿਠਾਇਆ ਤੇ ਆਪ ਰਾਜਾ ਬਿਸ਼ਨ ਸਿੰਘ ਜੀਆਂ ਦੇ ਪਾਸ ਬੈਠ ਕਰਕੇ ਇੱਕ ਪੱਤਰਕਾ ਦੁਬਾਰਾ ਵਾਪਸੀ ਜਵਾਬ ਵਿੱਚ ਇੱਕ ਚਿੱਠੀ ਲਿਖੀ ਹੈ। ਦੇਸ ਕਾਮਰੂ ਹਮ ਅਬ ਜਾਈ। ਤੇ ਮਹਾਰਾਜ ਨੇ ਉਹਦੇ ਵਿੱਚ ਲਿਖ ਦਿੱਤਾ ਕਿ ਵੇਖੋ ਭਾਈ, ਅਜੇ ਤੇ ਅਸੀਂ ਕਾਮਰੂ ਦੇਸ਼ ਦੀ ਮੁਹਿੰਮ ਨੂੰ ਫਤਿਹ ਕਰਨ ਦੇ ਲਈ ਰਾਜਾ ਬਿਸ਼ਨ ਸਿੰਘ ਜੀ ਹੋਰਾਂ ਦੇ ਨਾਲ ਜਾਣਾ, ਥੋੜਾ ਹੀ ਸਮਾਂ ਲੱਗੇਗਾ, ਅਸੀਂ ਵਾਪਸ ਆਵਾਂਗੇ ਤੇ ਆ ਕੇ ਲਾਲ ਦੇ ਦਰਸ਼ਨ ਕਰਾਂਗੇ। ਵੈਸੇ ਤੇ ਜੇ ਆਪਾਂ ਸੰਸਾਰਿਕ ਪੱਧਰ ਤੇ ਵੇਖਾਂਗੇ ਨਾ ਗੁਰਮੁਖੋ, ਉਹ ਪੁਰਖ ਜੀ ਦੇ ਘਰ ਅੰਦਰ ਕੋਈ 20 ਵਰਿਆਂ ਤੋਂ ਬਾਅਦ ਪ੍ਰਮਾਤਮਾ ਦੀ ਬਖਸ਼ਿਸ਼ ਲਾਲ ਪੈਦਾ ਹੋਇਆ ਹੋਵੇ ਤੇ ਉਹਨੂੰ ਮਿਲੇ ਖਬਰ, ਉਹ ਕਦੇ ਨਹੀਂ ਰਹਿ ਸਕਦਾ, ਸੰਸਾਰਿਕ ਹਿਰਦਾ ਨਹੀਂ ਰਹੇਗਾ। ਲੇਕਿਨ ਧੀਰਜ ਦੇ ਅੰਦਰ ਤੁਰੰਤਰ ਪੁਰਖ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਇੰਨੇ ਸਮੇਂ ਤੋਂ ਬਾਅਦ ਲਾਲ ਦੀ ਪੈਦਾਇਸ਼ ਹੋਈ, ਫਿਰ ਵੀ ਕਹਿ ਦਿੱਤਾ ਵੀ ਅਸੀਂ ਜਿਸ ਮੁਹਿੰਮ ਤੇ ਜਾ ਰਹੇ ਹਾਂ ਉਹਨੂੰ ਪੂਰਿਆ ਕਰਕੇ ਵਾਪਸ ਮੁੜਾਂਗੇ। ਤੇ ਸਾਡਾ ਇਤਿਹਾਸ ਕਹਿੰਦਾ ਜਿਸ ਦਿਨ ਵਾਪਸ ਆ ਕੇ ਲਾਲ ਜੀ ਦੇ ਦਰਸ਼ਨ ਕੀਤੇ ਸਨ, ਕੋਈ 3.5 ਵਰ੍ਹਿਆਂ ਤੋਂ ਵੱਧ ਆਰਬਲਾ ਲਾਲ ਗੋਬਿੰਦ ਰਾਏ ਜੀ ਦੀ ਹੋ ਚੁੱਕੀ ਸੀ। ਇਹ ਮਹਾਰਾਜ ਜੀ ਦੇ ਅੰਦਰ ਦਾ ਧੀਰਜ ਜੇ ਦਰਸ਼ਨ ਕਰਨੇ ਨੇ ਨਾ ਗੁਰਮੁਖੇ ਤੇ ਭਾਵਨਾ ਵਾਲੀ ਅੱਖ ਨਾਲ ਇਹਨਾਂ ਘਟਨਾਵਾਂ ਨੂੰ ਵੇਖਿਆ ਕਰੋ। ਕਿਉਂਕਿ 20 ਵਰ੍ਹਿਆਂ ਤੋਂ ਬਾਅਦ ਘਰ ਵਿੱਚ ਇੱਕ ਪੁੱਤਰ ਹੋਇਆ ਤੇ ਪਿਓ ਉਹਦਾ ਮੁਖ ਜਿਸ ਵਕਤ ਆ ਕੇ ਵੇਖਦਾ ਉਹਦੀ ਉਮਰ 3 ਵਰ੍ਹਿਆਂ ਤੋਂ ਵੱਧ ਹੋ ਚੁੱਕੀ ਹੈ। ਇਹ ਧੀਰਜ ਹੈ ਮਹਾਰਾਜ ਜੀ ਦੇ ਅੰਦਰ ਦਾ, ਨਾਮ ਦਾ ਤਾਕਤ ਹੈ, ਬਖਸ਼ਿਸ਼ ਹੈ। ਸੋ ਇਸ ਵੇਲੇ ਮਹਾਰਾਜ ਜੀ ਨੇ ਪੱਤਰਿਕਾ ਲਿਖਵਾ ਦਿੱਤੀ, ਕਹਿ ਦਿੱਤਾ ਵੀ ਅਸੀਂ ਜਿਸ ਮੁਹਿੰਮ ਤੇ ਜਾ ਰਹੇ ਹਾਂ ਉਹਨੂੰ ਫਤਿਹ ਕਰਕੇ ਜਲਦੀ ਵਾਪਸ ਆਵਾਂਗੇ। ਬਹੁਤਾ ਸਮਾਂ ਨਹੀਂ ਲਾਉਂਦੇ, ਪਰੰਤੂ ਜਦੋਂ ਅਸਾਮ ਦੇਸ਼ ਦੀ ਮੁਹਿੰਮ ਤੇ ਗਏ ਸਮਾਂ ਕਾਫੀ ਲੱਗ ਗਿਆ ਸੀ। ਸੋ ਇਸ ਵੇਲੇ ਇਹ ਬਖਸ਼ਿਸ਼ਾਂ ਹੋਈਆਂ। ਜਿਵੇਂ ਜਿਵੇਂ ਇਤਿਹਾਸ ਦੀ ਇਹ ਕੜੀ ਅੱਗੇ ਚੱਲਦੀ ਹੈ, ਯਤਨ ਕਰਾਂਗੇ ਇਹਨਾਂ ਦੀਵਾਨਾਂ ਵਿੱਚ ਸਾਰੇ ਪ੍ਰਸੰਗ ਆਪ ਸੰਗਤਾਂ ਦੇ ਨਾਲ ਵਿਸਤਾਰ ਸਹਿਤ ਸਾਂਝਿਆਂ ਕਰਨ ਦੇ। ਜੀ ਅੱਜ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰਾਂ ਕਰਦੇ ਹਾਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਨੇ, ਗੁਰਦੇਵ ਗੁਰੂ ਕੀ ਸੰਗਤ ਚ ਅਣਜਾਣ ਸਮਝ ਕਰ ਬਖਸ਼ ਲੈਣਾ। ਆਓ ਹੁਣ ਸਮਾਂ ਹੋ ਚੁੱਕਾ, ਆਪਾਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ਣਾ। ਗੁਰੂ ਫਤਿਹ ਨਾਲ ਸਾਂਝ ਪਾਇਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।